ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਭਾਵੇਂ ਕਿ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ, ਪਰ ਜ਼ਮੀਨੀ ਹਕੀਕਤ ਜੋ ਹੈ, ਜਿਹੜੇ ਲੋਕ ਇਹਨੂੰ ਹੰਢਾ ਰਹੇ ਨੇ ਕਿ ਖਤਰਾ ਹਲੇ ਟਲਿਆ ਨਹੀਂ। ਕਹਿ ਦਿੱਤਾ ਜਾਂਦਾ ਕਿ ਭਾਖੜਾ ਦੇ 3 ਦਿਨ ਬਾਅਦ ਜਿਹੜੇ ਉਹ ਪਾਣੀ ਜਿਹੜਾ ਜਿੰਨਾ ਕੁ ਪੱਧਰ ਚਾਹੀਦਾ ਹੋਇਆ ਜਾਂ ਹਿਸਾਬ ਦੇ ਨਾਲ ਕਹਿੰਦੇ ਛੱਡਿਆ ਜਾਏਗਾ, ਪਰ ਜਿਹੜਾ ਪਾਣੀ ਜਮ੍ਹਾਂ ਹੋ ਰਿਹਾ ਤੇ ਜੋ ਕੁਝ ਨਾਲ ਦੇ ਜਿਹੜੇ ਨੇ ਵੱਖ-ਵੱਖ ਜ਼ਿਲ੍ਹੇ ਨੇ, ਪਟਿਆਲਾ ਦੇ ਲਾਗੇ ਤਾਂ ਟਲ ਗਿਆ, ਪਰ ਬਾਕੀ ਥਾਵਾਂ ਦੇ ਉੱਤੇ ਜੋ ਕੁਝ ਵਾਪਰ ਰਿਹਾ ਤੇ ਜਿੱਥੇ-ਜਿੱਥੇ ਪਾਣੀ ਰੁਕਿਆ ਹੋਇਆ, ਰਿਪੋਰਟਾਂ ਆ ਰਹੀਆਂ, ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹਰਿਆਣੇ ਦੇ ਵਿੱਚ ਲੋਕਾਂ ਦਾ ਪਾਰਾ ਇੱਥੋਂ ਤੱਕ ਚੜਿਆ ਹੋਇਆ ਹੈ ਕਿ ਇੱਕ ਐਮਐਲਏ ਦੇ ਥੱਪੜ ਜੜ ਦਿੱਤਾ ਗਿਆ। ਕਾਰਨ ਕੀ ਹੈ? ਮੁੱਖ ਮੰਤਰੀ ਸਾਹਿਬ ਫੀਲਡ ਵਿੱਚ ਜਾਂਦੇ ਨੇ, ਕਹਿੰਦੇ ਜੀ ਹੈਲੀਕਾਪਟਰ ਤੇ ਨਹੀਂ ਗਏ। ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹ ਜ਼ਿਕਰ ਕਰਦੇ ਨੇ, ਕਹਿੰਦੇ ਜੀ ਉਹ ਤਾਂ ਲੋਕਾਂ ਦੇ ਵਿੱਚ ਘੁੰਮ ਰਹੇ ਨੇ। ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁੱਛਿਆ ਜਾ ਰਿਹਾ, ਮੁੱਖ ਮੰਤਰੀ ਸਾਹਿਬ ਆਪ ਪੁੱਛ ਰਹੇ ਨੇ ਕਿ ਦੱਸੋ ਹੱਲ ਦੱਸੋ, ਕੀ ਕਰੀਏ, ਬਜਾਏ ਇਸ ਦੇ ਕਿ ਤੁਸੀਂ ਜਾ ਕੇ ਅਫਸਰਸ਼ਾਹੀ ਨੂੰ ਕਹੋ ਜਾਂ ਉਹਨਾਂ ਨੂੰ ਹੁਕਮ ਜਾਰੀ ਕਰੋ। ਠੀਕ ਹੈ, ਲੋਕਾਂ ਦੇ ਵਿੱਚ ਵੀ ਜਾਣਾ ਚਾਹੀਦਾ, ਚੰਗੀ ਗੱਲ ਹੈ, ਪਰ ਕਿੱਥੋਂ ਕਿੱਥੋਂ ਤੱਕ ਜਾਓਗੇ? ਪੰਜਾਬ ਬਹੁਤ ਵੱਡਾ ਆ। ਨੀਤੀ ਤੇ ਨੀਅਤ ਨੂੰ ਲੈ ਕੇ ਸਵਾਲ ਉੱਠਦੇ ਨੇ। ਪਿਛਲੇ ਵੀ ਸਵਾਲ ਪੁੱਛ ਰਹੇ ਨੇ, ਕਹਿੰਦੇ ਦੇਖੋ ਜੀ ਆਹ ਮੁੱਖ ਮੰਤਰੀ ਸਾਹਿਬ ਹੱਲ ਪੁੱਛ ਰਹੇ ਨੇ, ਪਰ ਸਵਾਲ ਉਹਨਾਂ ਨੂੰ ਵੀ ਬਣਦਾ ਕਿ ਤੁਸੀਂ ਵਿਕਾਸ ਪੁਰਸ਼ ਬਣਦੇ ਸੀ ਜਾਂ ਬਣਦੇ ਹੋ ਆਪਣੇ ਆਪ ਨੂੰ, ਤੇ ਕੀ ਇਹ ਵਿਕਾਸ ਜਿਹਨੇ ਉਜਾੜਾ ਕੀਤਾ ਪੰਜਾਬ ਦਾ, ਜਿਹਨੂੰ ਤੁਸੀਂ ਵਿਕਾਸ ਦੱਸਦੇ ਹੋ, ਕੀ ਤੁਹਾਡੇ ਉੱਤੇ ਜਾਂ ਉਹਨਾਂ ਲੋਕਾਂ ਉੱਤੇ ਪਰਚੇ ਨਹੀਂ ਹੋਣੇ ਚਾਹੀਦੇ ਜਿਨੇ ਪੰਜਾਬ ਦੇ ਵਿੱਚ ਇਲੀਗਲ ਕੰਸਟਰਕਸ਼ਨ ਕਰਾਈ? ਸਵਾਲ ਇੱਥੋਂ ਚਰਚਾ ਸ਼ੁਰੂ ਕਰਾਂਗੇ ਪ੍ਰੋਫੈਸਰ। ਜਿਵੇਂ ਲੋਕਾਂ ਦਾ ਗੁੱਸਾ ਆ ਉਹਦਾ ਵੀ ਨਾਲ ਨਾਲ ਜ਼ਿਕਰ ਕਰਾਂਗੇ, ਤੇ ਦਿੱਲੀ ਦੇ ਵਿੱਚ ਯਮੁਨਾ ਨੇ ਜਿਵੇਂ ਕਹਿਰ ਕਮਾਇਆ ਹੋਇਆ ਉਹਦਾ ਵੀ ਜ਼ਿਕਰ ਛੇੜਿਓ ਜੀ। ਸੁਖਵਿੰਦਰ ਜੀ, ਇਹ ਨਾ ਗੰਢ ਧੁੱਪ ਸਰਕਾਰਾਂ ਆ ਸਾਰੀਆਂ, ਉਹ ਆਣ ਕੇ ਸੱਤਾ ਦੇ ਵਿੱਚ ਦੇਖ ਲੈਂਦੇ ਆ ਕਿ ਕਿਹੜੇ ਕੰਮ ਨਾਲ ਲੋਕ ਜ਼ਿਆਦਾ ਸਾਡੇ ਤੋਂ ਪ੍ਰਭਾਵਿਤ ਹੋ ਸਕਦੇ ਆ। ਉਹਨਾਂ ਨੂੰ ਇਹ ਲੱਗ ਸਕਦਾ ਕਿ ਇਹ ਸਰਕਾਰ ਬਹੁਤ ਚੰਗੀ ਆ। ਉਸ ਕਿਸਮ ਦਾ ਜਿਨ੍ਹਾਂ ਕੋਲ ਨਹੀਂ ਗੱਲ ਪਹੁੰਚਦੀ ਉਹਨਾਂ ਨੂੰ ਇਸ਼ਤਿਹਾਰਾਂ ਰਾਹੀਂ ਪਹੁੰਚਾਉਂਦੇ ਆ, ਇੰਟਰਵਿਊ ਰਾਹੀਂ, ਮੀਡੀਆ ਨੂੰ ਇਸ਼ਤਿਹਾਰ ਦੇ ਕੇ ਜਾਂ ਮੀਡੀਆ ਨੂੰ ਆਪਣੇ ਵੱਲ ਕਰਕੇ ਆਪਣੀ ਗੱਲ ਨੂੰ ਲਗਾਤਾਰ ਇਹ ਪਹੁੰਚਾਉਂਦੇ ਰਹਿੰਦੇ ਆ। ਹੋਰ ਇਹ ਤੋਂ ਇਲਾਵਾ ਜੇ ਕੋਈ ਸੀਰੀਅਸ ਪਲੈਨਿੰਗ ਹੋਵੇ, ਹੁਣ ਤੁਸੀਂ ਦੋ ਹੀ ਗੱਲਾਂ ਦੇਖ ਲਓ। ਜਦੋਂ ਇਹਨਾਂ ਨੇ ਕਿਹਾ ਵੀ ਖੇਤੀ ਬਾਰੇ, ਹਾਂ ਜੀ ਖੇਤੀ ਪਾਲਿਸੀ ਬਣ ਰਹੀ ਆ ਜੀ, ਅਸੀਂ 5000 ਬੰਦਾ PAU ਚ ਸੱਦ ਲਿਆ। ਫਿਰ ਕਿਸੇ ਨੇ ਕਿਹਾ ਯਾਰ ਇੰਡਸਟਰੀ ਪਾਲਿਸੀ ਬਣ ਰਹੀ ਆ ਜੀ, ਅਸੀਂ ਇੰਡਸਟਰੀ ਵਾਲਿਆਂ ਦੇ ਨਾਲ ਗੱਲਬਾਤ ਸ਼ੁਰੂ ਕਰਤੀ। ਹੱਦ ਹੋ ਗਈ, ਇਹ ਪਾਲਿਸੀਆਂ ਬਣਦੀਆਂ ਇੰਜ? ਸੜਕਾਂ ਤੇ ਬੈਠ ਕੇ, ਸੱਥਾਂ 'ਚ ਬੈਠ ਕੇ ਕੋਈ ਚੀਜ਼ ਦੀ ਪਾਲਿਸੀ ਬਣਦੀ ਹੁੰਦੀ ਆ ਕੀ? ਇਸ ਕਰਕੇ ਸੀਰੀਅਸ ਨਹੀਂ ਹੈਗੇ। ਮੈਂ ਇਹ ਨਹੀਂ ਕਹਿੰਦਾ ਕਿ ਹੁਣ ਵਾਲੇ, ਪੁਰਾਣੇ ਵੀ ਇਸੇ ਤਰ੍ਹਾਂ ਹੀ ਸੀਗਾ, ਕੋਈ ਉਹਨਾਂ ਨੇ ਬਹੁਤਾ ਸੀਰੀਅਸ ਆਪਣੇ ਤੌਰ ਤੇ ਕੀਤਾ ਨਹੀਂ। ਸਭ ਤੋਂ ਵੱਡਾ ਸੰਕਟ ਜਿਹੜਾ ਆਉਣਾ ਉਹ ਆਉਣਾ ਸੜਕਾਂ ਦਾ। ਸੜਕਾਂ ਦੇ ਉੱਤੇ ਟੋਲ ਇਹਨਾਂ ਨੇ ਚੱਕ ਦਿੱਤੇ ਆ, ਤੇ ਜਿਹੜੀਆਂ ਸੜਕਾਂ ਦੇ ਜਿੱਥੇ ਜਿੱਥੇ ਹੜ੍ਹ ਆਇਆ ਸੜਕਾਂ ਨਾਲ ਰੁੜ ਗਈਆਂ, ਕਿਸੇ ਦੇ ਖੱਡੇ ਪੈ ਗਏ, ਕਿੱਥੇ ਬਹੁਤ ਕੁਝ ਤਬਾਹੀ ਹੋਈ ਹੈ। ਮੈਂ ਜਾਨਾ ਬਾਹਰ, ਜਦੋਂ ਜਾਨਾ ਦੇਖਦਾ ਤੇ ਸੜਕਾਂ ਦੀ ਬਹੁਤ ਤਬਾਹੀ ਹੋ ਰਹੀ ਹੈ। ਉਹ ਫਿਰ ਤੁਸੀਂ ਠੇਕੇ ਤੇ ਚੱਕ ਤੇ ਹੁਣ ਕੌਣ ਕਰੂਗਾ? ਸਰਕਾਰ ਕੋਲ ਤੇ ਪੈਸਾ ਨਹੀਂ ਹੈਗਾ। ਕੇਂਦਰ ਨੇ ਵੀ 218 ਕਰੋੜ ਦੇ ਕੇ ਸਾਰਤਾ, ਜਦ ਕਿ ਮਹਾਰਾਸ਼ਟਰ ਵਾਲਿਆਂ ਨੂੰ ਤੇ ਮੇਰੇ ਖਿਆਲ 1400 ਤੋਂ ਉੱਪਰ ਕਰੋੜ ਦਿੱਤਾ, 700-800 ਕਰੋੜ ਰੁਪਈਆ ਯੂਪੀ ਨੂੰ ਦਿੱਤਾ, ਈਵਨ 400 ਕਰੋੜ ਤੋਂ ਉੱਪਰ ਜਿਹੜਾ ਉੱਤਰਾਖੰਡ ਨੂੰ ਦਿੱਤਾ। ਕਾਫੀ ਪੈਸੇ ਇੱਧਰ ਉੱਧਰ ਦਿੱਤੇ ਆ, ਪਰ ਪੰਜਾਬ ਨੂੰ ਉਹਨਾਂ ਨੇ ਇੰਨਾ ਕੀ ਦਿੱਤਾ? ਕਿਉਂਕਿ ਹੋ ਸਕਦਾ ਇਹ ਵੀ ਤੇ 24 ਘੰਟੇ ਉਹ ਟਿੰਡ ਚ ਕਾਨਾ ਪਾ ਕੇ ਰੱਖਦੇ ਆ। ਗੱਲਬਾਤ ਵੇਲੇ ਸਿਰ ਚਲਾਉਣੀ ਚਾਹੀਦੀ, ਮੰਗਣਾ ਚਾਹੀਦਾ, ਹਾਲ ਦਵਾਈ ਪਾਉਣੀ ਚਾਹੀਦੀ ਆ। ਚਲੋ ਇਹ ਘੱਟ ਆ, ਇਹ ਤੇ ਹੁਣ ਮਾੜੀ ਗੱਲ ਆ। ਕੇਂਦਰ ਦੀ ਬਦਨੀਤੀ ਹੈ ਕਿ ਜਦੋਂ ਇਹੋ ਜਿਹੀ ਆਫਤ ਪਈ ਹੋਵੇ ਉਹਦੇ ਚ ਲੋਕਾਂ ਨੂੰ ਵੇਖਣਾ ਚਾਹੀਦਾ, ਪੋਲੀਟਿਕਸ ਨੂੰ ਜਾਂ ਪੋਲੀਟੀਕਲ ਪਾਰਟੀ ਨੂੰ ਨਹੀਂ ਦੇਖਣਾ ਚਾਹੀਦਾ, ਉਹ ਭਗਵੰਤ ਮਾਨ ਜਾਂ ਕੇਜਰੀਵਾਲ ਨੂੰ ਨਹੀਂ ਦੇਖਣਾ ਚਾਹੀਦਾ। ਵੈਸੇ ਇਹਨਾਂ ਨੂੰ ਆਪਣੀ ਤੁਰੰਤ ਅਸੈਸਮੈਂਟ ਭੇਜਣੀ ਚਾਹੀਦੀ ਹੈ। ਨਹੀਂ ਤੇ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਆ, ਜੇ ਪੈਸਾ ਨਹੀਂ ਹੋਊ ਤੇ ਕਿਵੇਂ ਤੁਸੀਂ ਰਾਹਤ ਪਹੁੰਚਾਓਗੇ? ਉੱਥੇ ਫਸਲਾਂ ਦਾ ਜਿਹੜਾ ਉਹਨਾਂ ਨੇ ਕੰਪਨਸੇਸ਼ਨ ਮੰਗਣਾ, ਉਹ ਤੇ ਅਜੇ ਲੱਗੇ ਹੋਏ ਬਚਾਓ ਕਾਰਜਾਂ ਦੇ ਵਿੱਚ ਲੱਗੇ ਹੋਏ ਕਿ ਕਿਵੇਂ ਬਚਾਅ ਕਰੀਏ। ਉਦੋਂ ਬਾਅਦ ਜਦੋਂ ਪੈਰ ਲੱਗਣੇ, ਜਦੋਂ ਦੇਖਣਾ ਕਿ ਕਿੱਥੇ ਕਿੱਥੇ ਕੀ ਹੋਇਆ, ਉਦੋਂ ਪਤਾ ਲੱਗਣਾ ਜਿੱਦਣ ਅਸੈਸਮੈਂਟ ਹੋਈ। ਅਜੇ ਤੇ ਫੋਟੋ ਖਿਚਾਈਆਂ ਜਾ ਰਹੀਆਂ, ਜਾਇਆ ਜਾ ਰਿਹਾ। ਉਹ ਫੋਟੋ ਹੀ ਖਿਚਾਉਣ ਕੋਈ ਗਿਆ ਸੀ JJP ਦਾ, ਹਰਿਆਣੇ ਦੇ ਬਾਰਡਰ ਦੇ ਉੱਤੇ ਔਰਤਾਂ ਨੇ ਚਪੇੜਾਂ ਕੱਢ ਮਾਰੀਆਂ, ਮੁਸ਼ਕਲ ਨਾਲ ਗਿਆ ਉੱਥੋਂ। ਵੀ ਤੁਸੀਂ ਆਏ ਕੀ ਲੈਣੇ ਆ? ਤੁਹਾਡੀਆਂ ਪਾਈਆਂ ਸਾਰੀਆਂ ਜਿਹੜੀਆਂ ਗਲਤ ਪਿਰਤਾਂ ਜਿਹਦਾ ਅਸੀਂ ਅੱਜ ਭੁਗਤਾਨ ਭੁਗਤ ਰਹੇ ਹਾਂ। ਘੱਗਰ ਬਾਰੇ ਮੈਂ, ਧਰਮਵੀਰ ਗਾਂਧੀ 14 ਤੋਂ 19 ਤੱਕ ਆਪਣਾ ਉੱਥੇ MP ਰਹੇ, ਕਿੰਨੀ ਵਾਰੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਕੁਝ ਸਫਲ ਵੀ ਹੋਏ ਹੋਣਗੇ, ਪਰ ਇਹ ਕੋਈ ਨਵੀਂ ਗੱਲ ਤੇ ਨਹੀਂ ਹੈਗੀ। ਸਰਕਾਰਾਂ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ, ਘੱਗਰ ਦੀ ਤਬਾਹੀ ਉਸੇ ਤਰ੍ਹਾਂ ਹੁੰਦੀ ਹੈ। ਇਹ ਹੁਣ ਜਾ ਕੇ ਉੱਥੇ ਕੀ ਕਰ ਲੈਣਗੇ? ਇਹਨਾਂ ਨੇ ਵੀ ਉਹੀ ਫੋਟੋਆਂ ਲਵਾਉਣਗੇ। ਬਲਬੀਰ ਸਿੰਘ ਚਲਾ ਗਿਆ, 2 ਬੋਤਲਾਂ ਪਾਣੀ ਦੀਆਂ ਦੇਤੀਆਂ ਜੀ, ਆਪਾਂ
ਕਾਜੂ ਪਿੰਨੀਆਂ ਦੇ ਰਹੇ ਹਾਂ ਜੀ, ਬ੍ਰੈਡ ਦਾ ਦੇ ਰਹੇ ਹਾਂ, ਫਲਾਨਾ ਦੇ ਰਹੇ ਹਾਂ, ਉਹਦੇ ਨਾਲ ਕੀ ਹੋ ਜਾਊਗਾ? ਇਹ ਤੇ ਇੱਕ ਕਿਸਮ ਦੀ ਕੈਂਸਰ ਦੀ ਦਵਾਈ ਨੂੰ ਤੁਸੀਂ ਐਨਾਸੀਨ ਦੇ ਰਹੇ ਆ, ਕੀ ਕਰੂਗੀ ਉਹ? ਇਹ ਜਿਹੜੀ ਵੱਡੀ ਬਿਮਾਰੀ ਆ, ਜਿਹੜੀ ਸਟਰਕਚਰਲ ਬਿਮਾਰੀ ਆ, ਉਹ ਬਹੁਤ ਸੀਰੀਅਸ ਬਿਮਾਰੀ ਆ, ਤੇ ਤੁਸੀਂ ਉਹਦਾ ਇਲਾਜ ਉਸ ਕਿਸਮ ਦਾ ਕੱਢੋ। ਤੁਸੀਂ ਉੱਪਰੋਂ ਮਲਮ ਪੱਟੀ ਜੀ ਕਰਕੇ ਹੁਣ ਦਰਦ ਨਹੀਂ ਹੁੰਦਾ, ਜਾ ਕਰ ਭੱਜ ਜਾ, ਬਸ ਠੀਕ ਹੈ, ਚਲੇ ਗਏ। ਇਹ ਚਾਹੀਦਾ ਇਹ ਹੈ ਕਿ ਸਾਡੇ ਪੰਜਾਬ ਦੀ ਜੇ ਖੇਤੀ ਨੀਤੀ ਬਣਾਉਣੀ ਆ, ਐਗਰੋ ਇਕਨੋਮਿਕ ਜ਼ੋਨ ਬਣਾ ਕੇ ਖੇਤੀ ਦੇ ਵਿੱਚ ਸਿੱਧਾ ਲੋਕਾਂ ਨੂੰ ਇਨਵੋਲਵ ਕਰਕੇ ਉਹਨਾਂ ਲਈ ਮਾਰਕੀਟਿੰਗ ਲੱਭਣ। ਇਸੇ ਤਰੀਕੇ ਨਾਲ ਜਦੋਂ ਪਾਣੀ ਦਾ ਅੱਜ ਅਸੀਂ ਜਿਹੜੀ ਗੱਲ ਡਿਸਕਸ ਕਰ ਰਹੇ ਹਾਂ, ਉਹਦਾ ਜੇ ਹੱਲ ਕੱਢਣਾ, ਤੇ ਟੋਪੋਗ੍ਰਾਫਿਕ ਮੈਪ ਸਾਰੇ ਪਏ ਹੋਏ ਆ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕਿੱਥੇ ਕਿੱਥੇ ਕਿਹਨੇ ਗਲਤ ਨਦੀਆਂ ਨਾਲੇ ਮੱਲ ਕੇ ਜ਼ਬਰਦਸਤੀ ਐਨਕਰੋਚਮੈਂਟ ਕੀਤੀ ਆ, ਜਾਂ ਜਿਨ੍ਹਾਂ ਨੇ ਲੈਂਡ CLU ਦਿੱਤਾ ਆ, ਜਿਹੜਾ ਕਲੀਅਰੈਂਸ ਦਾ ਸਰਟੀਫਿਕੇਟ ਦਿੱਤਾ ਹੈ, ਲੈਂਡ ਯੂਜ਼ ਦਾ ਕਲੀਅਰੈਂਸ ਆਫ ਲੈਂਡ ਯੂਜ਼ ਦਿੱਤਾ, ਉਹ ਠੇਕੇਦਾਰਾਂ ਨੂੰ, ਉਹਨਾਂ ਨੂੰ ਵੀ ਫੜਨਾ ਚਾਹੀਦਾ, ਉਹਨਾਂ ਨੂੰ ਵੀ ਜੇਲ੍ਹ 'ਚ ਦੇਣਾ ਚਾਹੀਦਾ ਵੀ ਤੁਸੀਂ ਲੋਕ ਮਰਵਾਉਣੇ ਆ ਗਲਤ ਜਗ੍ਹਾ ਤੇ ਬਿਲਡਿੰਗਾਂ ਖੜੀਆਂ ਕਰਕੇ। ਇੱਥੇ 18 ਮੰਜ਼ਿਲਾ ਬਿਲਡਿੰਗਾਂ ਚੋ ਦੇ ਵਿੱਚ ਖੜੀਆਂ ਕਰਤੀਆਂ, ਜਦੋਂ ਥੱਲਿਓਂ ਗਾਚੀ ਖਿੱਚੀ ਗਈ ਸਾਰੀਆਂ ਡਿੱਗਣਗੀਆਂ। ਗਰੀਬ ਲੋਕ ਇੰਨਾ ਥੋੜੀ ਸੋਚਦੇ ਆ ਵੀ ਉਹ ਤੇ ਕਹਿੰਦੇ ਚਲੋ ਸਸਤਾ ਮਿਲ ਰਿਹਾ ਜੀ, ਲੈ ਲਓ, ਹੁਣ ਕਿਤੇ ਸਿਰ ਤੇ ਲੁਕਾਉਣਾ ਹੀ ਆ। ਉਹਨਾਂ ਦੀਆਂ ਮਜਬੂਰੀਆਂ ਦਾ ਠੇਕੇਦਾਰ ਫਾਇਦਾ ਉਠਾ ਕੇ ਪੈਸੇ ਲੈ ਕੇ ਆਪ ਬਾਹਰ ਭੱਜ ਜਾਂਦੇ ਆ, ਲੋਕ ਇੱਥੇ ਧੱਕੇ ਖਾਂਦੇ ਆ। ਇਹ ਸਾਰੀ ਇੱਕ ਜੇ ਸੱਚੀ ਮੁੱਚੀ ਕਰਨਾ ਤੇ ਉਹਦੇ 'ਚ ਟਾਊਨ ਪਲੈਨਰ, ਉਹਦੇ 'ਚ ਟੋਪੋਗ੍ਰਾਫਰ, ਕਾਰਟੋਗ੍ਰਾਫਰ, ਇੰਜੀਨੀਅਰ, ਪਾਣੀ ਦੇ ਇੰਜੀਨੀਅਰ, ਸਬ ਸੋਇਲ ਇੰਜੀਨੀਅਰ, ਸਾਰਾ ਕੁਝ ਪੰਜਾਬ ਦੇ ਵਿੱਚ ਹੈਗਾ। ਬਹੁਤ ਚੰਗੇ ਬੰਦੇ ਹੈਗੇ, ਪਰ ਉਹਨਾਂ ਵੱਲ ਕੋਈ ਧਿਆਨ ਦੇਣਾ ਹੀ ਨਹੀਂ ਚਾਹੁੰਦਾ। ਕਰਨੀ ਤੇ ਪੋਲਿਟਿਕਸ ਹੈ 24 ਘੰਟੇ। ਹੁਣ ਅੱਜ ਦੀ ਜਿਹੜੀ ਤਰਾਸਦੀ ਹੈ, ਇਹ ਤੇ ਹੁਣ ਤੁਹਾਨੂੰ ਭੁਗਤਣੀ ਪੈਣੀ ਹੈ। ਕਿਉਂ? ਹੁਣ ਲਾਸਟ ਮੂਮੈਂਟ ਦੇ ਉੱਤੇ ਕਰੋਗੇ ਕੀ? ਜਦੋਂ ਯੁੱਧ 'ਚ ਉਤਰ ਹੀ ਗਏ, ਤੁਹਾਡੇ ਤੇ ਇੱਕ ਆਫਤ ਪੈ ਹੀ ਗਈ ਹੈ, ਹੁਣ ਤੇ ਡਿਫੈਂਸ ਆ, ਜਿੰਨਾ ਕੁ ਡਿਫੈਂਸ ਕਰ ਲੋਗੇ, ਰਲ ਮਿਲ ਕੇ ਚੱਲਣਾ ਪਊਗਾ, ਰਲ ਮਿਲ ਕੇ ਮਦਦ ਕਰਨੀ ਪਊ, ਇਹਦੇ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਇੱਕ ਆਉਣ ਵਾਲੇ 5 ਸਾਲ 10 ਸਾਲ ਦੀ ਕੋਈ ਪਾਲਿਸੀ ਤੇ ਆਵੇ। ਹੁਣ ਤੁਸੀਂ ਗੱਲ ਕਰਕੇ ਦੇਖ ਲਿਓ, ਅਸੀਂ ਜੀ ਹੁਣ ਬਸ ਸ਼ਹਿਰੀ ਬੰਦਿਆਂ ਦੀਆਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਮੇਅਰ ਨੂੰ ਬੁਲਾ ਲਿਆ, ਉੱਥੇ ਮੀਟਿੰਗ ਕਰਤੀ ਆ, ਹੁਣ ਅਸੀਂ ਟਾਊਨ ਪਲੈਨਿੰਗ ਕਰਨ ਲੱਗੇ ਆ। ਕਰ ਲਓ ਗੱਲ, ਇਹੋ ਜਿਹੀ ਗੱਲ ਆਈ ਲਓ ਕਿਸੇ ਦਿਨ ਵੀ ਅਸੀਂ ਉਹਨਾਂ ਦੇ ਕੋਲ ਸਾਰੀ ਗੱਲ ਕੱਢ ਲਈ। ਉਹਨਾਂ ਨੇ ਕਰਨੀ ਹੈ ਟਾਊਨ ਪਲੈਨਿੰਗ, ਉਹ ਤੇ ਖੁਦ ਪੋਲੀਟੀਸ਼ੀਅਨ ਨੇ ਤੁਹਾਡੇ ਵਰਗੇ, ਤੇ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਪੋਲਿਟਿਕਸ ਕਰ ਰਹੇ, ਫੋਟੋਆਂ ਖਿਚਾ ਰਹੇ, ਲੋਕਾਂ ਨੂੰ ਭਰਮ ਭਾਅ 'ਚ ਰੱਖ ਕੇ ਆਪਣਾ ਟਾਈਮ ਪਾਸ ਕਰ ਰਹੇ। ਇੰਜ ਨਾ ਕਰੋ। ਬਹੁਤ ਵਧੀਆ ਜ਼ਮੀਨ ਹੈ ਸਾਡੀ, ਬਹੁਤ ਚੰਗੇ ਲੋਕ ਆ, ਬਹੁਤ ਚੰਗੀ ਧਰਤੀ ਆ, ਤੇ ਰੱਬ ਦੀ ਵੀ ਮਿਹਰ ਆ। ਪਾਣੀ ਨਹੀਂ ਸੀ ਕਹਿੰਦਾ, ਪਾਣੀ ਘਟ ਗਿਆ, ਪਾਣੀ ਕਰਤਾ। ਇਹਦੀ ਦੂਜੀ ਸਾਈਡ ਮੈਂ ਕਹਿ ਰਿਹਾ, ਜੇ ਅਸੀਂ ਇਸ ਰੱਬ ਦੀਆਂ ਨਿਆਮਤਾਂ ਨੂੰ ਆਪ ਹੀ ਨਹੀਂ ਸਾਂਭਣ ਜੋਗੇ, ਤੇ ਇਹ ਤੇ ਐਵੇਂ ਆ ਵੀ ਜੇ ਤੁਹਾਨੂੰ ਘਿਓ ਚਾਹੀਦਾ ਤੇ ਰੱਬ ਨੇ ਘਿਓ ਜ਼ਿਆਦਾ ਦੇਤਾ, ਤੁਸੀਂ ਘਿਓ 'ਚ ਹੀ ਤਾਰੀਆਂ ਲਾਈ ਜਾਂਦੇ, ਡੁੱਬਦੇ ਫਿਰਦੇ ਆ, ਫਿਰ ਕੀ ਕਰੋਗੇ? ਹੁਣ ਇਹ ਹਾਲਤ ਤੇ ਇਹ ਹੈ ਸਾਡੀ ਨਾ, ਆਪਾਂ ਉਸ ਨੂੰ ਸਾਂਭਣ ਜੋਗੇ ਹੀ ਨਹੀਂ, ਜਿਹਦੇ ਰੱਬ ਇੰਨਾ ਦੇ ਦਿੱਤਾ। ਇਹਦੇ ਲਈ ਸਾਨੂੰ ਪ੍ਰਬੰਧ ਕਰਨੇ ਪੈਣਗੇ ਚੰਗੇ। ਆਪਾਂ ਸਬ ਸੋਇਲ ਨੂੰ ਕਿਵੇਂ ਰੀਚਾਰਜ ਕਰਨਾ, ਉਹ ਕੋਈ ਪਲੈਨਿੰਗ ਨਹੀਂ ਹੋ ਸਕਦੀ ਹੈ, ਸਾਰੇ ਦੇਸ਼ ਕਰਦੇ ਆ, ਸਾਨੂੰ ਕੀ ਹੋਇਆ? ਆਪਣੇ ਜਿਹੜੇ ਥੱਲਿਓਂ ਪਾਣੀ ਰੋਜ਼ ਦਵਾਈ ਦਿੰਨੇ ਅਸੀਂ, ਪਾਣੀ ਮੁੱਕ ਗਿਆ, ਇੰਨਾ ਪਾਣੀ ਆਇਆ, ਇਸ ਨੂੰ ਸਾਂਭਿਆ ਅਸੀਂ ਥਾਂ ਵੀ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਸਕੀਮ ਹੀ ਨਹੀਂ, ਕੋਈ ਉਹ ਜੀ ਪਲੈਨਿੰਗ ਨਹੀਂ ਹੈਗੀ। ਮੈਂ ਇਹਨਾਂ ਹੜ੍ਹਾਂ ਬਾਰੇ ਤੇ ਇਹੀ ਗੱਲ ਕਹੂੰਗਾ ਕਿ ਹੜ੍ਹ ਤੇ ਆਉਣੇ ਹੀ ਸੀਗੇ, ਕਿਉਂਕਿ ਕੁਦਰਤੀ ਕਰੋਪੀ ਉਦੋਂ ਆਉਣੀ ਆ। ਇੱਕ ਤੇ ਸਾਡੇ ਆਪਣੇ ਕਾਰਨਾਂ ਕਰਕੇ, ਇੱਕ ਅਸੀਂ ਗੁਆਂਢ ਦੇ ਵਿੱਚ ਸਾਡੇ ਚੰਗੀ ਗੱਲ ਇਹ ਹੈ ਕਿ ਹਿਮਾਚਲ ਤੇ ਇਹ ਹੋਰ ਸਾਰੇ ਇਹ ਜਿੱਥੋਂ ਸਾਨੂੰ ਦਰਿਆ ਵਾਕੇ ਪਾਣੀ ਆਉਂਦਾ, ਇਹ ਚੰਗੀ ਗੱਲ ਵੀ ਆ, ਪਰ ਉਹਦਾ ਫਿਰ ਨੁਕਸਾਨ ਵੀ ਹੈ। ਜੇ ਗੁਲਾਬ ਦਾ ਫੁੱਲ ਹੈ ਤੇ ਨਾਲ ਕੰਡੇ ਵੀ ਹੈਗੇ ਆ। ਫਾਇਦਾ ਹੈ ਪਾਣੀ ਦਾ, ਚੰਗੀ ਗੱਲ ਹੈ, ਸਾਡੀ ਧਰਤੀ ਸੋਹਣੀ, ਉੱਤੋਂ ਮਿੱਟੀ ਆ ਕੇ ਪੰਜਾਬ ਦੀ ਅਲੂਵੀਅਲ ਸਾਇਲ ਇੰਨਾ ਸੋਹਣਾ ਉਪਜਾਊ ਸ਼ਕਤੀ ਸਾਡੀ ਧਰਤੀ ਨੂੰ ਮਿਲੀ ਹੋਈ ਆ, ਜਿਹਦਾ ਇੱਕ ਸਾਡੇ ਲਈ ਨਿਆਮਤ ਹੈਗੀ ਆ, ਸਾਡੇ ਲਈ ਇੱਕ ਬਹੁਤ ਫਾਇਦਾ ਹੈ, ਗਿਫਟ ਹੈਗਾ, ਨੇਚਰ ਦਾ, ਕੁਦਰਤ ਦਾ ਗਿਫਟ ਹੈ। ਪਰ ਨਾਲ ਹੀ ਫਿਰ ਜਦੋਂ ਕੁਦਰਤ ਦੂਜੇ ਪਾਸੇ ਆ ਛੱਪੜ ਪਾਰ ਦਿੰਦੀ, ਜ਼ਿਆਦਾ ਛੱਪੜ ਫਟ ਜਾਂਦਾ ਤਾਂ ਉਹਦਾ ਫਿਰ ਹੜ੍ਹ ਆਉਂਦਾ, ਉਸ ਦੀ ਇੰਤਜ਼ਾਮ ਵੀ ਸਾਨੂੰ ਆਪ ਕਰਨਾ ਪਊ। ਚਰਚਾ ਚੱਲੀ ਹੋਈ ਆ ਕਿ ਦੇਖੋ ਜੀ ਭਾਖੜੇ ਚੋਂ ਪਾਣੀ ਛੱਡਤਾ, ਇਹ ਕਹੀ ਜਾਂਦੇ ਨਹੀਂ ਛੱਡਤਾ। ਉੱਥੇ ਦੇ ਇੱਕ ਸੈਕਟਰੀ ਦੇ BBMB ਦੇ ਨਾਲ ਹੁਣ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਸੀ ਅਸੀਂ 2-3 ਦਿਨ ਲਈ ਅਜੇ ਰੋਕ ਲਿਆ। ਇੱਕ ਸਰਕੂਲਰ ਤੁਰਿਆ ਫਿਰਦਾ, ਉਹਦੇ 'ਚ ਲਿਖਿਆ ਜੀ ਨਹੀਂ ਜੀ 35,000 ਕਿਊਸੈਕ ਪਾਣੀ ਛੱਡ ਦਿੱਤਾ, 13 ਤਰੀਕ ਤੋਂ ਛੱਡਣਾ ਆ 10 ਵਜੇ। ਤਾਂ ਇਸ ਕਿਸਮ ਦਾ ਇੱਕ ਵਾਰਨਿੰਗ ਹੈ ਲੋਕਾਂ ਨੂੰ। ਮੇਰਾ ਖਿਆਲ ਉਹ ਸਰਕੂਲਰ ਜੇ ਉਹ ਠੀਕ ਹੈਗਾ, ਇੰਜੀਨੀਅਰਾਂ ਦੇ ਨਾਂ ਦੇ ਉੱਤੇ ਕੱਢਿਆ ਹੋਇਆ, ਹੋਰ ਆਂਢ ਗੁਆਂਢ ਸਾਰਾ ਉਹਨੂੰ ਪ੍ਰਚਾਰਿਆ ਜਾ ਰਿਹਾ, ਤਾਂ ਲੋਕਾਂ ਨੂੰ ਹੁਣ ਭਾਂਡੇ ਟਿੰਡੇ ਸਾਂਭ ਲਓ, ਕਾਲੀ ਨੇਰੀ ਆਈ ਆ, ਉਹ ਇੱਕ ਕਰਦੇ ਹੁੰਦੇ ਸੀ ਖੇਡਾਂ ਦੇ ਵੇਲੇ ਜਦੋਂ ਬੱਚੇ ਸੀ, ਤੇ ਇਹ ਤੇ ਹੁਣ ਸਮਝ ਲਓ ਵੀ ਹੜ੍ਹ ਅਜੇ ਜੋ ਸੀਚੇਵਾਲ ਜਾਂ ਹੋਰ ਉਹ ਸਾਰੇ ਦੇਖ ਰਹੇ ਉਸ ਏਰੀਏ 'ਚ, ਉਹ ਸਾਰਾ ਅਜੇ ਸਤਲੁਜ ਦਾ ਖਾਸ ਕਰਕੇ, ਬਿਆਸ ਦਾ ਤੇ ਉਧਰੋਂ ਚਲੋ
ਦੂਜੇ ਪਾਸੇ ਉਹਦੇ 'ਚ ਵੀ ਪੌਂਗ ਡੈਮ ਦੇ ਬਾਰੇ ਵੀ ਇਹ ਗੱਲ ਹੈ ਕਿ 70% ਭਰ ਗਿਆ, ਭਾਖੜੇ ਦੇ ਬਾਰੇ ਹੈ ਕਿ 60% ਭਰ ਗਿਆ। 60% ਕਾਫੀ ਪਾਣੀ ਹੁੰਦਾ, 70% ਤੇ ਉਦੋਂ ਵੀ ਜ਼ਿਆਦਾ ਹੈ। ਇਹਦਾ ਮਤਲਬ ਉਹਨਾਂ ਨੂੰ ਨਾਲੋਂ ਨਾਲ ਹਰ ਹਾਲਤ ਪਾਣੀ ਰਿਲੀਜ਼ ਕਰਨਾ ਪਊਗਾ, ਨਹੀਂ ਤੇ ਜਿਹੜੇ ਡੈਮ ਆ, ਜਿਹੜੇ ਉੱਥੇ ਬੈਰੇਜ ਬਣਾਏ ਹੁੰਦੇ ਆ, ਉਹਨਾਂ ਨੂੰ ਟੁੱਟਣ ਦਾ ਖਤਰਾ, ਜਾਂ ਉਹਨਾਂ ਦੇ ਜਿਹੜੇ ਥੱਲੇ ਜਨਰੇਟਰ ਲਾਏ ਹੋਏ ਆ, ਵੱਡੀਆਂ ਵੱਡੀਆਂ ਟਰਬਾਈਨਸ ਲਾਈਆਂ, ਉਹਨਾਂ 'ਚ ਪਾਣੀ ਵੜਨ ਦਾ ਖਤਰਾ ਹੁੰਦਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਤੌਰ ਤੇ ਦੇਖਣੀਆਂ। ਬਹੁਤ ਸਾਰੀਆਂ ਗੱਲਾਂ 'ਚ ਰਾਹਤ ਦੀ ਗੱਲ ਸੁਖਵਿੰਦਰ ਇਹ ਆ ਕਿ ਘੱਟੋ ਘੱਟ ਚੰਡੀਗੜ੍ਹ 'ਚ ਮੈਨੂੰ ਲੱਗਦਾ ਪੰਜਾਬ 'ਚ ਵੀ ਕੱਲ ਮੀਂਹ ਨਹੀਂ ਪਿਆ, ਜਾਂ ਪਿਆ ਹੋਊ ਤੇ ਬਹੁਤ ਹੀ ਛੁੱਟ-ਫੁੱਟ ਪਿਆ ਹੋਊ। ਅੱਜ ਪੂਰਾ ਦਿਨ ਵੀ ਮੀਂਹ ਤੋਂ ਰਾਹਤ ਰਹੀ ਹੈ, ਤੇ ਹੋ ਸਕਦਾ 2-3 ਦਿਨ ਆਉਣ ਵਾਲੇ ਹੋਰ ਮੀਂਹ ਤੋਂ ਰਾਹਤ ਰਹੇ। ਸਵੇਰੇ ਕਰੀ ਇਧਰੋਂ ਕਾਲੀ ਜੀ ਘਟਾ ਜੀ ਚੜੀ ਸੀ ਹਿਮਾਚਲ ਵੱਲੋਂ, ਤੇ ਮੈਨੂੰ ਲੱਗਾ ਕਿ ਲਓ ਜੀ ਫੇਰ ਸਿਆਪਾ ਪੈ ਗਿਆ। ਮੈਂ ਕਿਹਾ ਭੱਜ ਕੇ ਕੋਈ ਦਾਲ ਸਬਜ਼ੀ ਲੈਣੀ ਆ ਤੇ ਇਕੱਠਾ ਕਰ ਲਓ, ਕਿਉਂਕਿ ਮਿਲਦਾ ਹੀ ਨਹੀਂ ਇੱਥੇ, ਚਿੱਕੜ ਹੀ ਚਿੱਕੜ ਚਾਰੇ ਪਾਸੇ। ਉਹ ਡਰ ਤੇ ਚੱਕਿਆ ਗਿਆ। ਤੇ ਹੁਣ ਇਹ ਹੈ ਕਿ ਜਿਹੜੀਆਂ ਸਾਡੀਆਂ ਖਬਰਾਂ ਆ ਰਹੀਆਂ, ਕਿ ਪਹਿਲਾਂ ਖਬਰਾਂ ਇਹ ਸੀ ਕਿ ਵੀ ਇਹ ਅਜੇ ਚੱਲੂਗਾ, ਮੀਂਹ ਦਾ ਝੱਖੜ ਚੱਲੂਗਾ, ਇਹ ਜਿਹੜੀ ਕਰੋਪੀ ਚੱਲੂਗੀ। ਹੁਣ ਖਬਰਾਂ ਇਹੀ ਆ ਰਹੀਆਂ ਕਿ 2-3 ਦਿਨ ਰਾਹਤ ਹੋ ਸਕਦੀ ਹੈ। ਚੰਗੀ ਗੱਲ ਇਹ ਆ, ਉਨੇ ਕੁ ਚਿਰ ਨੂੰ ਪਾਣੀ ਪਹਿਲਾਂ ਨਿਕਲ ਜਾਊਗਾ, ਨਵਾਂ ਪਾਣੀ ਜੇ ਭਾਖੜੇ ਤੋਂ ਛੱਡ ਦੇਣਗੇ ਤੇ ਉਨੀ ਜ਼ਿਆਦਾ ਕਰੋਪੀ ਨਹੀਂ ਹੋਊਗੀ। ਫਸਲਾਂ ਦਾ, ਜਾਨ ਮਾਲ ਦਾ ਨੁਕਸਾਨ, 11 ਲੋਕਾਂ ਦਾ ਮੌਤਾਂ ਹੋ ਗਈਆਂ, ਕਿੰਨੇ ਡੰਗਰ ਬੱਚੇ, ਕਾਰਾਂ, ਹੋਰ ਪ੍ਰਾਪਰਟੀ, ਜਾਨ ਮਾਲ ਦਾ ਜਿਹਨੂੰ ਸਾਰਾ ਹੀ ਕਹਿੰਦੇ ਆ, ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ, ਫਸਲਾਂ ਦੀ ਬਹੁਤ ਤਬਾਹੀ ਹੋਈ ਹੈ। ਇਹ ਤੇ ਹੁਣ ਜਿਵੇਂ ਜਿਵੇਂ ਪਾਣੀ ਰਿਸੀਡ ਕਰੂਗਾ, ਇੱਕ ਆਮ ਹਾਲਾਤ ਬਣਨਗੇ, ਸਰਵੇ ਹੋਣਗੇ, ਤੇ ਪਤਾ ਲੱਗੂ ਕਿੰਨੇ ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਨੂੰ ਹੋ ਗਿਆ। ਬਿਲਕੁਲ। ਅਗਲੇ ਦਿਨਾਂ ਦੇ ਵਿੱਚ ਵੈਸੇ ਮੈਂ ਜਿਹੜੀਆਂ ਰਿਪੋਰਟਾਂ ਪੜ੍ਹ ਰਿਹਾ ਸੀਗਾ, ਮੌਸਮ ਕਿੱਤਾ ਪੰਜਾਬ ਦਾ ਵਗੈਰਾ, ਉਧਰੋਂ ਸਾਰੇ ਕਿਤੋਂ ਆ ਰਹੀਆਂ ਕਿ 13 ਜੁਲਾਈ ਤੋਂ ਹਲਕਾ ਤੇ ਦਰਮਿਆਨਾ ਵਿੱਚ ਮਤਲਬ ਕਿ ਮੀਂਹ ਇਸ ਕਿਸਮ ਦਾ ਰਹੇਗਾ। ਪਰ ਉਦਾਂ ਨਹੀਂ ਜਿਵੇਂ ਹੁਣ ਕਹਿਰ ਟੁੱਟਿਆ, ਕੋਈ ਘਬਰਾਉਣ ਵਾਲੀ ਲੋੜ ਨਹੀਂ। ਬਸ ਇਹ ਹੈ ਕਿ ਜਿਹੜਾ ਪਹਾੜਾਂ ਦੇ ਵਿੱਚ ਪਾਣੀ ਆ ਉਹ ਕਿੱਧਰ ਨੂੰ ਜਾ ਰਿਹਾ। ਪ੍ਰੋਫੈਸਰ, ਮੈਂ ਜਿਵੇਂ ਹਲਕਾ ਜਿਹਾ ਉਹਨੂੰ ਜਿਹੜਾ ਦਿੱਲੀ ਦੇ ਵਿੱਚ ਜੋ ਹਾਲਾਤ ਬੀਤ ਰਹੇ ਨੇ ਯਮੁਨਾ ਨੂੰ ਲੈ ਕੇ, ਉਹ ਵੀ ਇੱਕ ਮਤਲਬ ਬਹੁਤ ਵੱਡਾ ਸੰਕੇਤ ਦਿੰਦਾ ਹੈ ਕਿ ਹੁਣ ਗਾਂ ਕੀ ਕਰਨਾ ਆ, ਕਿੱਥੋਂ ਤੱਕ ਭੱਜਣਗੇ ਲੋਕ। ਨਹੀਂ ਦੇਖੋ, ਉੱਥੇ ਉਹਨਾਂ ਨੇ ਸਾਰੇ ਬੈਰੇਜ ਖੋਲ ਦਿੱਤੇ ਆ, ਤੇ ਪਾਣੀ ਤੇ ਉਹਨਾਂ ਨੇ 30-40 ਹਜ਼ਾਰ ਬੰਦੇ ਐਵੈਕੂਏਟ ਕਰ ਦਿੱਤੇ ਆ। ਹੁਣ ਪਾਣੀ ਨੂੰ ਤੁਸੀਂ ਇੱਕ ਅੱਗੇ ਤੁਸੀਂ ਰੋਕ ਨਹੀਂ ਸਕਦੇ, ਰੋਕੋਗੇ ਤੇ ਸਭ ਕੁਝ ਇਕੱਠਾ ਇੱਕਦਮ ਸਾਰਾ ਹੋਰ ਨੁਕਸਾਨ ਕਰੂਗਾ। ਤੇ ਇਸ ਲਈ ਉਹਨੂੰ ਤੇ ਨਾਲ ਇੱਕ ਹੱਦ ਤੱਕ ਰੋਕ ਸਕਦੇ ਆ, ਫਿਰ ਉਹਦੀ ਸ਼ਕਤੀ ਜਿਹੜੀ ਆ, ਉਹਨੇ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਕਰਨਾ। ਇਹੀ ਤੇ ਕੁਦਰਤ ਆ। ਇਸ ਕਰਕੇ ਕੁਦਰਤ ਨੂੰ ਤੁਸੀਂ ਆਪਣੇ ਲਿਮਟਿਡ ਢੰਗ ਨਾਲ ਹੀ ਪੋਸਟਪੋਨ ਤੇ ਕਰ ਸਕਦੇ ਆ, ਰੋਕ ਨਹੀਂ ਸਕਦੇ। ਤੇ ਪੋਸਟਪੋਨ ਕਰਕੇ ਰੱਖਿਆ ਸੀਗਾ। ਹੁਣ ਜਿਹੜੇ ਨੀਵੇਂ ਥਾਂ ਆ, ਜਿੱਥੇ ਦਿੱਲੀ ਦੇ ਵਿੱਚ ਵੀ ਕਲੋਨੀਆਂ ਇਸੇ ਤਰ੍ਹਾਂ ਹੀ ਵਸਾਈਆਂ ਹੋਈਆਂ ਜਿਵੇਂ ਸਾਡੇ ਆ ਕੰਢੀ ਦੇ ਏਰੀਏ ਦੇ ਵਿੱਚ, ਬਿਨਾਂ ਕੁਝ ਵੇਖਿਆ ਜਿਹੜੇ ਚੋਅ ਹੈ, ਛੋਟੇ ਛੋਟੇ ਰਿਵੂਲਟ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਦੇ ਵਿੱਚ ਕਲੋਨੀਆਂ ਜਦੋਂ ਵਸਾਤੀਆਂ ਤੇ ਉਹ ਤੇ ਹੁਣ ਡੁੱਬਣ ਗਈਆਂ। ਉਹ ਪਾਣੀ ਤੇ ਆਪਣਾ ਰਾਹ ਜਦੋਂ ਧੱਕਾ ਪਾਊ, ਜੋ ਪੁਰਾਣੇ ਰਾਹ ਸੀ ਸਰਸਵਤੀ ਵਾਲਾ, ਉਹ ਸਾਰਾ ਰਾਹ ਇੱਥੇ ਵੀ ਘੱਗਰ ਵਾਲਾ ਵੀ, ਉਹ ਮੈਨੂੰ ਲੱਗਦਾ ਕਿ ਸਰਸਵਤੀ ਦੁਬਾਰਾ ਨਾ ਇੱਧਰ ਦੀ ਵਗਣ ਲੱਗ ਜਾਏ, ਜਿਹੜੀ ਕਦੀ ਸੋਚਦੇ ਸੀ ਵੀ ਇੱਥੋਂ ਦੀ ਸਰਸਵਤੀ ਲੰਘਦੀ ਸੀ, ਜਿੱਥੇ ਕਿ ਘੱਗਰ ਦਾ ਦਰਿਆ ਹੈਗਾ, ਇਹੀ ਜਮਨਾ ਦਾ ਹੈਗਾ। ਜਮਨਾ ਦੇ ਵਿੱਚ ਵੀ ਪਾਣੀ ਬੜਾ ਘਟਿਆ ਸੀ। ਤੇ ਜਿਸ ਢੰਗ ਨਾਲ ਹੁਣ ਇਹ ਧੱਕਾ ਜਦੋਂ ਪਾਣੀ ਦਾ ਲੱਗਦਾ, ਉਹ ਫਿਰ ਸਾਰੀਆਂ ਚੀਜ਼ਾਂ ਹੱਦਾਂ ਬੰਨੇ ਪਾਰ ਕਰਕੇ ਰੋਡ ਰਾੜ ਕੇ ਆਪਣਾ ਰਾਹ ਫਿਰ ਪਾਣੀ ਆਪਣਾ ਬਣਾ ਲੈਂਦਾ। ਇਹ ਦੁੱਖ ਦੀ ਗੱਲ ਹੋ ਗਈ, ਕਿਉਂਕਿ ਸਭ ਤੋਂ ਵੱਧ ਗਰੀਬ ਹੀ ਇਹੋ ਜਿਹੇ ਹਾਲਾਤਾਂ 'ਚ ਮਰਦੇ। ਅਮੀਰਾਂ ਦੀਆਂ ਤੇ ਬਹੁਤ ਜਗ੍ਹਾ ਤੇ ਉੱਚੀਆਂ ਜਗ੍ਹਾ ਵਧੀਆ ਗੱਲਾਂ, ਨਾਲੇ ਉਹਨਾਂ ਕੋਲ ਇੰਨਾ ਕੁ ਸ਼ੌਕ ਅਬਜ਼ੋਰਬਰ ਹੁੰਦਾ ਕਿ ਉਹ ਕੱਲ ਨੂੰ ਕੋਈ ਨੁਕਸਾਨ ਹੋ ਵੀ ਜਾਏ ਤੇ ਕੁਝ ਬੈਂਕ ਬੈਲੈਂਸ ਹੋਰ ਇਧਰੋਂ ਉਧਰੋਂ ਰਿਸ਼ਤੇਦਾਰੀ ਕਰਕੇ ਉਹ ਬਰਦਾਸ਼ਤ ਕਰ ਜਾਂਦੇ। ਪਰ ਗਰੀਬ ਕੋਲ ਤੇ ਸਾਰਾ ਬੈਲੈਂਸ ਉਹੀ ਹੁੰਦਾ ਜਿਹੜਾ ਰੁੜ ਜਾਂਦਾ, ਤੇ ਫਿਰ ਉਹਨੂੰ ਤੇ ਪੂਰੀ ਜ਼ਿੰਦਗੀ ਦੁਬਾਰਾ ਮੁੱਢੋਂ ਛੁੱਟੋਂ ਸ਼ੁਰੂ ਕਰਨੀ ਪੈਂਦੀ ਆ। ਆਪਾਂ ਤੇ ਇਹੀ ਕਹਿ ਸਕਦੇ ਹਾਂ ਕਿ ਜਿੰਨੀ ਕੁ ਰਲ ਕੇ ਸਰਕਾਰਾਂ ਨੂੰ, ਖਾਸ ਕਰਕੇ ਕੇਂਦਰ ਸਰਕਾਰ ਨੂੰ ਦਿੱਲੀ 'ਚ ਧਿਆਨ ਦੇਣਾ ਚਾਹੀਦਾ, ਉਹ ਦੇਣਾ ਚਾਹੀਦਾ। ਇਹ ਭੁੱਲ ਜਾਣ ਕਿ ਅੱਗੇ ਕੇਜਰੀਵਾਲ ਆ ਤੇ ਕਿਹਨੂੰ ਫਾਇਦਾ ਤੇ ਕਿਹਨੂੰ ਨੁਕਸਾਨ ਆ। ਇਹ ਦੇਖਣਾ ਚਾਹੀਦਾ ਕਿ ਅੱਗੇ ਲੋਕ ਆ, ਤੇ ਲੋਕ ਇਸ ਆਫਤ ਦੀ ਲਪੇਟ ਵਿੱਚ ਆਏ, ਉਹਨਾਂ ਨੂੰ ਕਿਵੇਂ ਬਚਾਉਣਾ, ਮਦਦ ਕਿਵੇਂ ਕਰਨੀ, ਬਸ ਇੱਕੋ ਸਾਡਾ ਮਕਸਦ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਹਰ ਕੋਈ ਚਾਹੁੰਦਾ ਹੈ ਕਿ ਅਸੀਂ ਵਧੀਆ ਇਲਾਕੇ ਵਿੱਚ ਰਹੀਏ, ਵਧੀਆ ਰਹਿਣ ਸਹਿਣ ਹੋਵੇ, ਸਾਡਾ ਖਾਣ ਪੀਣ ਚੰਗਾ ਹੋਵੇ, ਚੰਗੀ ਸਿੱਖਿਆ ਹੋਵੇ, ਚੰਗੀ ਸਿਹਤ ਹੋਵੇ। ਸਰਕਾਰਾਂ ਦੀਆਂ ਬਦਨੀਤੀਆਂ ਜਿਹੜੀਆਂ ਨੇ, ਅਫਸਰਸ਼ਾਹੀ ਦੀ ਜਿਹੜੀ ਭ੍ਰਿਸ਼ਟਾਚਾਰ ਨੂੰ ਲੈ ਕੇ ਜੋ ਖਬਰਾਂ, ਜੋ ਰਿਪੋਰਟਾਂ ਸਾਡੇ ਸਭ ਦੇ ਸਾਹਮਣੇ, ਕਿਵੇਂ ਗੈਰ ਕਾਨੂੰਨੀ ਕਲੋਨੀਆਂ ਪਾਈਆਂ ਗਈਆਂ, ਹਿੱਸੇਦਾਰੀ ਲਈ ਗਈ। ਜੇ ਕਿਤੇ ਇਹ ਕੁਝ ਨਾ ਕਰਨ ਤੇ ਅੱਜ ਲੋਕਾਂ ਨੂੰ ਇਹ ਜਿਹੜੀ ਕੁਦਰਤੀ ਕਰੋਪੀ ਦਾ ਨਾਮ ਦੇ ਦਿੱਤਾ ਜਾਂਦਾ, ਬਾਅਦ ਦੇ ਵਿੱਚ ਉਹਦਾ ਸਾਹਮਣਾ ਨਾ ਕਰਨਾ ਪਏ, ਸਹੀ ਢੰਗ ਦੇ ਨਾਲ ਪਲੈਨਿੰਗ ਹੋਵੇ, ਗਾਂ ਵੀ ਸਮਝ ਲਓ। ਪ੍ਰੋਫੈਸਰ, ਤੁਸੀਂ ਥੋੜਾ ਜਿਹਾ ਟੱਚ ਕੀਤਾ ਸੀ, ਮੈਂ ਉਹਨੂੰ ਹੋਰ ਅੱਗੇ ਵਧਾਵਾਂਗਾ। ਕਿਸਾਨੀ ਵਾਲੇ ਮਸਲੇ ਤੇ ਕਿ ਸੰਕਟ ਬਹੁਤ ਵਧਣਾ ਹੈ, ਜੇ ਟਮਾਟਰ ਦੇ ਭਾਅ ਵੱਧਦੇ ਨੇ ਜਾਂ ਹੋਰ ਅੱਗੇ ਅੰਨ ਦਾ ਸੰਕਟ ਪੈਦਾ ਹੋਣਾ, ਉਹਦੇ ਲਈ ਕੀ ਹੱਲ ਕੱਢਿਆ ਜਾਣਾ? ਕਾਰਪੋਰੇਟ ਦੇ ਉੱਤੇ ਡਿਪੈਂਡ ਰਹਿਣਾ, ਜਾਂ ਤੁਸੀਂ ਕੋਆਪਰੇਟਿਵ ਜਾਂ ਜਿਹੜੀ ਵੀ ਜਿਵੇਂ ਫਾਰਮਿੰਗ ਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਕਿਸਾਨ ਖਾਸ ਕਰ ਪੰਜਾਬ ਦੇ ਖਿੱਤੇ ਵਿੱਚ ਇਹੀ ਰਹਿੰਦਾ ਕਿ ਇੱਥੇ ਕੱਖ ਨਹੀਂ ਹੈਗਾ। ਹਾਲਾਂਕਿ ਕੈਨੇਡਾ, ਅਮਰੀਕਾ
ਉੱਥੇ ਵੀ ਹੜ੍ਹ ਆਉਂਦੇ ਨੇ, ਉੱਥੇ ਵੀ ਜੰਗਲਾਂ ਚੱਗਾਂ ਲੰਘਦੀਆਂ, ਉੱਥੇ ਵੀ ਕੁਦਰਤੀ ਕਰੋਪੀ ਹੁੰਦੀ ਹੈ। ਪਰ ਇੱਕ ਹੁੰਦਾ ਨਾ ਕਿ ਸੁਰੱਖਿਅਤ ਭਾਵਨਾ ਮਹਿਸੂਸ ਕਰਨੀ ਕਿ ਜੀ ਅਸੀਂ ਇੱਥੇ ਸੇਫ ਆ, ਸਾਡੀ ਆਪਣੀ ਧਰਤੀ ਹੈ, ਉਹ ਕੁਝ ਨਹੀਂ। ਇਹ ਇਹੋ ਜਿਹੇ ਹਾਲਾਤ ਤੋਂ ਬਾਅਦ ਕਿ ਹੁਣ ਦੇਖੋ ਫਸਲਾਂ ਦੀ ਮਾਰ ਪੈ ਗਈ, ਗੜੇਮਾਰੀ ਦੇ ਅੱਗੇ ਪਈ ਸੀ, ਹੁਣ ਆ ਝੋਨੇ ਦੀ ਮਾਰ ਪਈ ਹੈ, ਗਾਂ ਹੋਰ ਸਬਜ਼ੀਆਂ ਦੀ ਮਾਰ ਪੈਣੀ ਹੈ, ਮਹਿੰਗਾਈ ਵੀ ਵਧਣੀ ਹੈ, ਤੇ ਉਹ ਜਿਹੜੇ ਕਿਸਾਨ ਮਜ਼ਦੂਰ ਜਿਨ੍ਹਾਂ ਦਾ ਸਭ ਕੁਝ ਉੱਜੜ ਗਿਆ, ਡੰਗਰ ਵੀ ਰੁੜ ਗਏ, ਤੇ ਉਹਨਾਂ ਬਾਰੇ ਕੀ, ਇਹਦੇ ਬਾਰੇ ਵੀ ਕਦੇ ਕੋਈ ਸੋਚੇਗਾ ਕਿ ਅਸੀਂ ਇਹਨੂੰ ਕਿੱਦਾਂ ਹੁਲਾਰਾ ਦਈਏ? ਨਹੀਂ ਦੇਖੋ, ਇਹ ਤਾਂ ਕਰਨਾ ਹੀ ਪੈਣਾ, ਕਿਸਾਨਾਂ ਨੇ ਛੱਡਣਾ ਥੋੜੀ ਹੈ। ਜਿਹੜੀ ਫਸਲ ਮਾਰ ਜਿੰਨੀ ਕੁ ਹੋਣੀ ਆ, ਇਹ ਇੱਕ ਇਹੋ ਜਿਹਾ ਵਕਤ ਹੈ ਤੇ ਹੋ ਸਕਦਾ ਫਸਲ ਜਿਹੜਾ ਝੋਨਾ ਦੁਬਾਰਾ ਬੀਜਿਆ ਜਾ ਸਕੇ। ਅਜੇ ਲੇਟ ਬਹੁਤ ਨਹੀਂ ਹੈ, ਬਾਸਮਤੀ ਤੇ ਵੈਸੇ ਹੀ ਜੁਲਾਈ ਦੇ ਵਿੱਚ ਬੀਜਦੇ ਆ, ਪਰ ਇਹ ਹੁਣ ਕਦੋਂ ਖਤਮ ਹੋਊਗਾ ਇੰਨਾ ਨਹੀਂ ਪਤਾ। ਪਰ ਬਹੁਤ ਸਾਰਾ ਨੁਕਸਾਨ ਜਿਹੜਾ ਹੋ ਗਿਆ ਉਹਦਾ ਤੇ ਸਰਵੇ ਕਰਕੇ ਉਹਨਾਂ ਤੇ ਕੰਪਨਸੇਸ਼ਨ ਹੈ, ਜਿਨ੍ਹਾਂ ਨੇ ਵਾਹ ਕੇ ਜਿਹੜਾ ਰੁੜ ਗਿਆ ਜਾਂ ਜਿਹੜਾ ਬੀਜੇ ਨੂੰ ਅਜੇ, ਕਿਉਂਕਿ ਇਹ ਤੇ 10 ਜੂਨ ਤੋਂ ਕਈ ਜਗ੍ਹਾ ਤੇ ਬੀਜਣਾ ਸ਼ੁਰੂ ਹੋ ਗਿਆ ਸੀ, ਫਿਰ 20 ਜੂਨ ਤੱਕ ਤੇ ਪੂਰਾ ਹੀ ਸ਼ੁਰੂ ਹੋ ਗਿਆ ਸੀਗਾ। ਹੁਣ ਪਿਛਲੇ 15-20 ਦਿਨ 20 ਦਿਨ ਤੇ ਹੋ ਹੀ ਗਏ ਨਾ, 3 ਹਫ਼ਤੇ ਤੋਂ ਵੱਧ ਟਾਈਮ ਹੋ ਗਿਆ। ਉਹ ਜਿੰਨੀ ਕੁ ਜੜ ਲੱਗੀ ਸੀ ਜਾਂ ਜਿਹੋ ਜਿਹਾ ਵੀ ਸੀਗਾ ਉਹ ਤੇ ਲੇਟ ਹੋ ਗਿਆ। ਹੁਣ ਉਹ ਸਾਰਾ ਕੁਝ ਨੁਕਸਾਨ ਤੇ ਹੋਇਆ ਹੀ ਹੋਇਆ ਹੈ। ਪਰ ਇਹ ਆ ਕਿ ਜਿਹੜੀ ਬਿਲਕੁਲ ਹੀ ਰੜੇ ਮੈਦਾਨ ਉੱਤਰ ਜਾਣੇ ਵਾਲੇ ਪੱਕਣ ਵਾਲੀ ਫਸਲ ਜਾਂ ਮਿਡ ਵਿੱਚ ਫਸਲ ਜਿਹੜੀ ਹੈ, ਜੇ ਉਹ ਰੁੜ ਜਾਏ ਤੇ ਉਹ ਹੋਰ ਵੀ ਜ਼ਿਆਦਾ ਨੁਕਸਾਨ ਹੁੰਦਾ, ਉਹਦੀ ਭਰਪਾਈ ਕਰਨੀ ਔਖੀ ਹੁੰਦੀ ਹੈ। ਇਹ ਤੇ ਕਿਸਾਨਾਂ ਦੇ ਨਾਲ ਰਲ ਕੇ, ਉਹਨਾਂ ਨੂੰ ਨਾਲ ਲੈ ਕੇ, ਕਿਸੇ ਤਰੀਕੇ ਦੇ ਨਾਲ ਪਟਵਾਰੀ ਪਟੂਰੀਆਂ ਕੱਲਾਂ ਦਾ ਨਹੀਂ, ਉਹ ਸਾਰਾ ਰਲ ਮਿਲ ਕੇ, ਕਿਸਾਨ ਯੂਨੀਅਨਾਂ ਦੇ ਵੀ ਨਾਲ ਮਿਲ ਕੇ, ਕਿਉਂਕਿ ਉਹਨਾਂ ਨੇ ਤੇ ਜ਼ਿਆਦਾ ਸਾਰੇ ਤੋਂ ਫਿਰ ਗੱਲਬਾਤ ਕਰਨੀ ਹੁੰਦੀ ਹੈ। ਇਸ ਕਿਸਮ ਦਾ ਮੇਰਾ ਖਿਆਲ ਇੱਕ ਕੀਤਾ ਜਾਏ ਖੇਤੀ ਬਾਰੇ। ਬਾਕੀ ਇਹ ਇਮੀਡੀਏਟ ਜਿਹੜੀ ਆ ਹੁਣ ਤੇ ਇਮੀਡੀਏਟ ਰਾਹਤ ਕੀ ਹੋਵੇ, ਉਦੋਂ ਬਾਅਦ ਜਿਹੜਾ ਤੁਸੀਂ ਕਹਿੰਦੇ ਆ ਕਿ ਬਹੁਤ ਚੀਜ਼ਾਂ ਕਿਤੇ ਇੰਜ ਨਾ ਹੋਵੇ ਕਿ ਕਾਲ ਪੈਣ ਵਾਲੀ ਗੱਲ ਹੋ ਜੇ, ਉਹ ਤੇ ਸ਼ਾਇਦ ਨਹੀਂ ਹੋਊ। ਇੰਨੀ ਕਿ ਸਾਡੇ ਕੋਲ ਗ੍ਰੀਨਰੀ ਜਿਹੜੇ ਸਟੋਰ ਦੇ ਵਿੱਚ ਹੈਗੀ ਆ। ਵੈਸੇ ਵੀ ਬਰਸਾਤਾਂ ਦੇ ਵਿੱਚ ਜਿਸ ਤਰ੍ਹਾਂ ਸਬਜ਼ੀਆਂ ਜਾਂ ਹੋਰ ਚੀਜ਼ਾਂ ਜਨਰਲੀ ਮੀਂਹ ਪੈਣ ਤੋਂ ਬਾਅਦ ਖਰਾਬ ਹੋਣ ਲੱਗ ਜਾਂਦੀਆਂ ਜਾਂ ਘਟ ਜਾਂਦੀਆਂ, ਅੱਗੇ ਵੀ ਮਹਿੰਗੀਆਂ ਹੋ ਹੀ ਜਾਂਦੀਆਂ। ਐਤਕੀ ਥੋੜਾ ਜ਼ਿਆਦਾ ਹੋਊਗਾ, ਪਰ ਮੇਰੀ ਅਸੈਸਮੈਂਟ ਜੋ, ਕਿਉਂਕਿ ਮੈਂ ਥੋੜਾ ਜਿਹਾ ਐਗਰੀਕਲਚਰ ਦੀ ਬੈਕਗਰਾਉਂਡ ਰੱਖਦਾ ਆ, ਪੜ੍ਹਦਾ ਪੁੜ੍ਹਦਾ ਵੀ ਹੈਗਾ, ਕਿ ਇੰਨੀ ਜ਼ਿਆਦਾ ਕਾਲ ਵਾਲੀ ਪਰਿਸਥਿਤੀ ਨਹੀਂ ਪਊਗੀ। ਇੰਨੀ ਕੁ ਗ੍ਰੀਨਰੀ ਸਾਡੇ ਕੋਲ ਗ੍ਰੀਨ ਸਟੋਰੇਜ ਦੇ ਵਿੱਚ ਹੈਗੇ ਆ। ਹਾਲਾਂਕਿ ਜੇ ਘਟ ਗਿਆ, ਮੰਨ ਲਓ ਕਿਸੇ ਕਿਸਮ ਦਾ ਜ਼ਿਆਦਾ ਉਸ ਕਿਸਮ ਦਾ ਹੋਇਆ, ਤਾਂ ਫਿਰ ਗਲੋਬਲੀ ਸਾਡਾ ਵੀ ਪਾਕਿਸਤਾਨ ਵਾਲਾ ਹਾਲ ਹੋ ਸਕਦਾ, ਭਾਵੇਂ ਉਹ ਟੈਂਪਰੇਰੀ ਸ਼ਾਰਟ ਪੀਰੀਅਡ ਲਈ ਹੋਵੇ। ਅਸੀਂ ਕਾਫੀ ਕਾਰਨ ਹੈ ਕਿ ਉੱਥੇ ਵੀ ਤੇ ਹੜ੍ਹ ਆਏ ਆ, ਪਾਕਿਸਤਾਨ 'ਚ ਵੀ ਹੜ੍ਹ ਆਏ, ਉਸ ਪੰਜਾਬ 'ਚ ਵੀ ਹੜ੍ਹ ਆਏ, ਰਾਵੀ 'ਚ ਬਥੇਰਾ ਪਾਣੀ, ਉਧਰੋਂ ਉੱਤਰੋਂ ਚਨਾਬ ਸਾਰਾ, ਤਾਂ ਉਹਨਾਂ ਦਾ ਵੀ, ਉਹਨਾਂ ਨੂੰ ਵੀ ਲੋੜ ਪੈਣੀ ਆ, ਉਹਨਾਂ ਦੀਆਂ ਵੀ ਫਸਲਾਂ ਤਬਾਹ ਹੋਣੀਆਂ। ਤੇ ਉਧਰ ਯੂਕਰੇਨ ਦੇ ਵਿੱਚ ਲੜਾਈ ਆ, ਉਧਰ ਰਸ਼ੀਆ ਵੀ ਲੜਾਈ ਦੇ ਵਿੱਚ ਲੱਗਾ, ਉੱਥੋਂ ਕਿੰਨੀ ਕੁ ਰਾਹਤ ਲੋਕਾਂ ਨੂੰ ਮਿਲੂ, ਤੇ ਯੂਰਪ ਨੂੰ ਨਹੀਂ ਪੂਰਾ ਹੋ ਰਿਹਾ, ਸਾਨੂੰ ਕਿੱਥੋਂ ਪੂਰਾ ਹੋਊਗਾ? ਉਹ ਇੱਕ ਜ਼ਰੂਰ ਨੈਗੇਟਿਵ ਫੈਕਟਰ ਹੈਗਾ ਕਿ ਇੱਕ ਜਿਹੜੀ ਹੋਪ ਰਹਿੰਦੀ ਸੀ, ਇੱਕ ਬਫਰ ਰਹਿੰਦਾ ਸੀ ਸਾਰਿਆਂ ਦੇ ਵਿੱਚ ਇਹੋ ਜਿਹੀ ਕੋਈ ਐਮਰਜੈਂਸੀ ਲਈ, ਉਹ ਸਾਡਾ ਸਟਾਕ ਡਿਪਲੀਟ ਹੋਣ ਕਰਕੇ ਜਾਂ ਖਤਰੇ 'ਚ ਹੋਣ ਕਰਕੇ ਸਾਨੂੰ ਆਪਣੇ ਪੈਰਾਂ ਤੇ ਆਪ ਹੀ ਆਪਣਾ ਕੰਮ ਨੂੰ ਸੰਭਾਲਣਾ ਪੈਣਾ। ਬਿਲਕੁਲ, ਜਦੋਂ ਇਹ ਕਿਹਾ ਜਾਂਦਾ ਕਿ ਪੰਜਾਬ ਪੂਰੇ ਦੇਸ਼ ਦਾ ਅੰਨ ਦੇ ਨਾਲ ਢਿੱਡ ਭਰਦਾ, ਤੇ ਫਿਰ ਕੇਂਦਰ ਦੀਆਂ ਸਰਕਾਰਾਂ ਨੂੰ ਵੀ ਉਹੋ ਜਿਹੀ ਨੀਅਤ ਜਾਂ ਨੀਤੀ ਉਹੋ ਜਿਹੀ ਬਣਾਉਣੀ ਚਾਹੀਦੀ ਹੈ ਕਿ ਪੰਜਾਬ ਨੂੰ ਨਹੀਂ ਦੱਬਣ ਦਿੱਤਾ ਜਾਣਾ ਚਾਹੀਦਾ। ਵੈਸੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਆ, ਜਿਵੇਂ ਹੁਸਤਿੰਦਰ ਨੇ ਕਿਹਾ, ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ। ਪਰ ਉਮੀਦ ਸਰਕਾਰਾਂ ਤੋਂ ਹੀ ਹੁੰਦੀ ਹੈ ਕਿ ਕੋਈ ਬਿਮਾਰੀ ਨਾ ਫੈਲੇ, ਕੋਈ ਮਹਾਂਮਾਰੀ ਨਾ ਫੈਲੇ, ਇਸ ਕਿਸਮ ਦੀ ਡੇਂਗੂ ਜਾਂ ਹੋਰ ਬਹੁਤ ਇਹੋ ਜਿਹਾ ਇਸ ਕਿਸਮ ਦੇ ਮੌਸਮ ਦੇ ਵਿੱਚ ਫੈਲ ਜਾਂਦਾ ਆ, ਤੇ ਉਹਦਾ ਵੀ ਨਾਲੋਂ ਨਾਲ ਧਿਆਨ ਰੱਖਣਾ। ਸਿਹਤ ਸਹੂਲਤਾਂ, ਸਿਹਤ ਸੇਵਾਵਾਂ ਕਿੱਦਾਂ ਦੇਣੀਆਂ, ਜਾਂ ਜਿੱਥੇ ਇਹ ਸਾਰਾ ਕੁਝ ਪਾਣੀ ਜਮਾ ਹੁੰਦਾ ਜਾਂ ਜੋ ਕੁਝ ਵੀ ਇਹਦੇ ਆਲੇ ਦੁਆਲੇ ਜਿਹੜੀਆਂ ਅਲਾਮਤਾਂ ਪੈਦਾ ਹੁੰਦੀਆਂ, ਉਹਦਾ ਸਾਰਿਆਂ ਨਾਲ ਰਲ ਮਿਲ ਕੇ ਨਜਿੱਠਿਆ ਜਾਣਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਭਰੋਸੇ ਵਿੱਚ ਲੈਣ। ਪ੍ਰੋਫੈਸਰ ਸਾਹਿਬ, ਅਗਲੀ ਗੱਲ ਇਹ ਆ ਕਿ ਬੀਬੀਐਮਬੀ ਦਾ ਮਸਲਾ ਦੇਖੋ, ਇੱਕ ਤਾਂ ਅੱਗੇ ਪਾਣੀ ਦਾ ਰੌਲਾ ਚੱਲ ਰਿਹਾ, ਲੋਕ ਟੀਚਰ ਵੀ ਕਰ ਦਿੰਦੇ ਨੇ ਕਿ ਲੈ ਜਾਓ, ਹੁਣ ਪਾਣੀ ਲਿਜਾਂਦੇ ਕਿਉਂ ਨਹੀਂ ਤੁਸੀਂ? ਰਾਜਸਥਾਨ, ਹਰਿਆਣੇ ਵਾਲੇ ਬੜਾ ਰੌਲਾ ਪਿਆ ਹੁੰਦਾ ਆ। ਪਰ ਖੈਰ ਇਸ ਗੱਲ ਦੀ ਹੈ ਕਿ ਬੀਬੀਐਮਬੀ ਨੂੰ ਲੈ ਕੇ ਕੇਂਦਰ ਨੇ ਫਿਰ ਇੱਕ ਨਵਾਂ ਜਿਹੜਾ ਜੱਬ ਛੇੜ ਦਿੱਤਾ, ਕਹਿ ਸਕਦੇ ਆ। ਇਧਰੋਂ ਏਦਾਂ ਲੱਗਦਾ ਕਿ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ, ਉਹ ਕਿਤੇ ਕੈਪਟਨ ਸਾਹਿਬ ਦੀ ਰਾਹ ਤੇ ਤਾਂ ਨਹੀਂ ਤੁਰ ਰਹੇ। ਮੇਰੇ ਧਿਆਨ ਵਿੱਚ ਇਹ ਆਇਆ ਕਿ ਜਿਸ ਤਰੀਕੇ ਨਾਲ ਉਹ ਚੱਲ ਰਹੇ ਨੇ, ਜਦੋਂ ਤੋਂ ਆਏ ਨੇ ਪੰਜਾਬ ਸਰਕਾਰ ਦੇ ਨਾਲ ਜਾਂ ਹਰਿਆਣੇ ਦੇ ਨਾਲ, ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਕੋਈ ਨਾ ਕੋਈ ਵਿਪਤਾ ਪਈ ਰਹਿੰਦੀ ਹੈ। ਤੇ ਹੁਣ ਆ ਬੀਬੀਐਮਬੀ ਵਾਲਾ ਫਿਰ ਵਿੱਚ ਛੱਡਤਾ। ਇੱਕ ਤਾਂ ਅੱਗੇ ਪੰਜਾਬ ਤੇ ਮੁਸੀਬਤ ਪਈ ਹੈ, ਦੂਜਾ ਬੀਬੀਐਮਬੀ ਨੂੰ ਲੈ ਕੇ ਲੱਗਦਾ ਹੈ ਇਹ ਸ਼ਾਇਦ ਇਸ ਗੱਲ ਦੇ ਉੱਤੇ ਚੱਲਣਾ ਚਾਹੁੰਦੇ ਨੇ ਕਿ ਪੰਜਾਬ ਇਸ ਗੱਲ ਨੂੰ ਭੁੱਲ ਜੇ ਕਿ ਖਿੜਿਆ ਫੁੱਲ ਪੰਜਾਬ ਦਾ, ਖਿੜਿਆ ਫੁੱਲ ਗੁਲਾਬ ਦਾ, ਤੇ ਚੰਡੀਗੜ੍ਹ ਪੰਜਾਬ ਦਾ। ਨਹੀਂ, ਇਸ ਤਰ੍ਹਾਂ ਦੇਖੋ, ਕੋਈ ਐਮਰਜੈਂਸੀ ਵਾਲੀ ਗੱਲ ਨਹੀਂ ਆ, ਪਰ ਇੱਕ ਮੁੱਢ ਤੇ ਰੱਖਿਆ ਜਾਂਦਾ। ਇਸ ਤਰ੍ਹਾਂ ਗੱਲੀ ਬਾਤੀ ਮੁੱਢ ਕਿਸੇ ਚੀਜ਼ ਦਾ ਰੱਖਿਆ ਜਾਂਦਾ। ਜਿੱਥੋਂ ਤੱਕ ਚੰਡੀਗੜ੍ਹ ਆ, ਉਹਦੇ 'ਚ ਤਾਂ ਉਹਨਾਂ ਦਾ ਕਿਸੇ ਕਿਸਮ ਦਾ ਸਿਰ ਮੂੰਹ ਤਰਕ ਦਾ ਬਣਦਾ ਹੀ ਨਹੀਂ ਕਿ ਸਾਨੂੰ ਇੱਥੇ ਕੁਝ ਹਿੱਸਾ ਦਿੱਤਾ ਜਾਏ, ਇਹ ਕੀਤਾ ਜਾਏ।
ਰਹੀ ਗੱਲ ਪਾਣੀਆਂ ਦਾ ਉਹਨਾਂ ਦਾ ਇੱਕ ਹੱਦ ਤੱਕ, ਕਿਉਂਕਿ ਪਾਣੀ ਉਧਰੋਂ ਆਉਂਦਾ ਆ, ਥੱਲੇ ਆਉਂਦਾ, ਉਹ ਕੀ ਹਿੱਸਾ ਮੰਗਦੇ ਆ, ਕਿਉਂ ਮੰਗਦੇ, ਕਿੱਥੇ ਵਰਤਣਾ, ਉਹ ਆਪਣੀ ਮੰਗ ਕਰਨੀ ਉਹਨਾਂ ਦੀ। ਉਹਦੇ ਚ ਕੋਈ ਤਰਕ ਲੱਗਦਾ, ਉਹਦੇ ਚ ਉਹਨਾਂ ਦੀ ਕੋਈ ਐ ਤੁਸੀਂ ਉਹਨੂੰ ਮਿਸਪਲੇਸਡ ਨਹੀਂ ਕਹਿ ਸਕਦੇ, ਕਿ ਧੱਕਾ ਨਹੀਂ ਕਹਿ ਸਕਦੇ, ਜਾਂ ਰਾਜਨੀਤੀ ਨਹੀਂ ਕਹਿ ਸਕਦੇ। ਹੁਣ ਗੱਲ ਇਹ ਆ ਕਿ 7.1% ਉੱਥੇ ਪਾਣੀ ਦੀ ਗੱਲ ਚੱਲ ਰਹੀ, ਉਹਨਾਂ ਨੇ ਮੰਗ ਕੀਤੀ ਆ, ਔਰ ਸੈਂਟਰ ਨੇ ਕਹਿਤਾ ਕਿ ਇੰਨਾ ਕੁ ਪਾਣੀ ਤੇ ਇਹਨਾਂ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਇੰਨੀ ਕੁ ਪੀਣ ਵਾਲੇ ਪਾਣੀ ਦੀ ਜਾਂ ਹੋਰ ਪਾਣੀ ਦੀ ਲੋੜ ਪੈਂਦੀ ਆ। ਬਾਰ-ਬਾਰ ਉਹਨਾਂ ਨੂੰ ਇੱਥੋਂ BBMB ਤੋਂ ਇਸ ਗੱਲ ਦੀ NOC ਲੈਣੀ ਪੈਂਦੀ ਹੈ, ਤੇ ਵੰਸ ਫਾਰ ਆਲ ਇਹ ਸੈਟਲ ਹੋ ਜੇ ਕਿ ਇੰਨਾ ਪਾਣੀ ਤੁਸੀਂ ਉਹਨਾਂ ਨੂੰ ਦੇਣਾ। ਇਹ ਗੱਲ ਹੁਣ ਬਾਕੀ ਸਾਰੇ, ਜਦ ਕਿ ਇਸ ਲੈਟਰ ਦੀ ਜਿਹੜੀ ਇਹ ਆਈ ਹੈ, ਪੰਜਾਬ ਦੇ ਚੀਫ ਮਿਨਿਸਟਰ ਤੇ ਜਿਹੜੇ ਰਾਜਸਥਾਨ ਦੀ ਸਰਕਾਰ ਆ, ਉਹ ਦੋਵਾਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਆ। ਹੁਣ ਜਿਸ ਤਰ੍ਹਾਂ ਇਹੀ ਤੇ ਗੱਲ ਹੁੰਦੀ ਹੈ, ਰਾਜਨੀਤੀ ਤੇ ਇਸੇ ਤਰੀਕੇ ਦੀ ਆ ਨਾ। ਹੁਣ ਕਾਂਗਰਸ ਦੀ ਸਰਕਾਰ ਹਿਮਾਚਲ ਚ ਆਓ, ਕਹਿੰਦੇ ਪਾਣੀ ਦੇ ਦਿਓ, ਤੇ ਸੈਂਟਰ ਕਹਿੰਦੇ ਆ ਕੋਈ ਨਹੀਂ, ਦੇ ਦੇਣਾ ਚਾਹੀਦਾ। BBMB ਨੂੰ ਚਿੱਠੀ ਕੱਢਦੇ ਆ, ਤੇ ਰਾਜਸਥਾਨ ਦੀ ਜਿਹੜੀ ਗਹਿਲੋਤ ਸਰਕਾਰ ਕਾਂਗਰਸ ਦੀ, ਕਹਿੰਦੇ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਕੀ ਕਰੋਗੇ ਇੱਥੇ? ਇਸ ਤਰੀਕੇ ਨਾਲ ਸਾਰੇ ਪੇਚ ਚੱਲਦੇ ਰਹਿਣੇ ਆ, ਟਿੰਡ ਚ ਕਾਨਾ ਪਿਆ ਰਹਿਣਾ। ਪਾਣੀ ਮਿਲਦਾ ਨਹੀਂ ਮਿਲਦਾ, ਉਹ ਨਹੀਂ ਮੈਨੂੰ ਉਹਨਾਂ ਖਤਰੇ ਵਾਲੀ ਗੱਲ ਲੱਗਦੀ। ਜੇ ਕੋਈ ਵਾਧੂ ਪਾਣੀ ਹੋਵੇ, ਤੇ ਜੇ ਕੋਈ ਸਾਡੇ ਕੋਲੋਂ ਕਿਸੇ ਦਾ ਹੱਕ ਬਣਦਾ ਹੋਵੇ, ਤੇ ਉਹਨਾਂ ਨੂੰ ਦੇਣਾ ਵੀ ਚਾਹੀਦਾ। ਮੈਂ ਨਾ ਮਾਨੂੰ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਆਫਟਰ ਆਲ ਉਹਨਾਂ ਦਾ ਪਾਣੀ ਸਾਡੇ ਕੋਲ ਆਉਂਦਾ, ਅਸੀਂ ਉਹਨਾਂ ਦੇ ਪਾਣੀ ਤੇ ਬਿਜਲੀ ਵੀ ਬਣਾਉਂਦੇ ਆ, ਹੋਰ ਸਾਰਾ ਕਰਦੇ ਆ, ਉਹ ਵੀ ਨਾਲੇ ਸਾਡੇ ਹੀ ਭਾਈ ਆ, ਆਪਾਂ ਕੋਈ ਬੰਦੇ ਹੀ ਹੈ। ਹਿਮਾਚਲ ਅੱਜ ਬਣ ਗਿਆ, ਫਿਰ ਕੀ ਹੋਇਆ, ਪਹਿਲਾਂ ਇਸੇ ਤਰ੍ਹਾਂ ਇਕੱਠੇ ਹੀ ਸੀ ਅਸੀਂ ਸਾਰੇ। ਦੂਜੀ ਗੱਲ ਜਿਹੜੀ ਜ਼ਿਆਦਾ ਸੋਚਣ ਵਾਲੀ ਹੈ, ਜਿੱਥੇ ਪੰਜਾਬੀਆਂ ਨੂੰ ਵੀ ਤੇ ਸਰਕਾਰ ਨੂੰ ਸੋਚਣਾ ਚਾਹੀਦਾ, BBMB ਇਹਨਾਂ ਦੇ ਹੱਥੋਂ ਹੀ ਗਿਆ। ਫਿਰ ਉਹ ਤੇ ਜਦੋਂ ਚਿੱਠੀ ਵੀ ਕੱਢਣ ਦੀ ਲੋੜ ਨਹੀਂ, ਜਦੋਂ ਮਰਜ਼ੀ ਆਰਡਰ ਕਰਵਾ ਦਿਆ ਕਰਨਗੇ। ਚੇਅਰਮੈਨ ਪਹਿਲਾਂ ਹੀ ਉਧਰੋਂ ਲੱਗਦਾ ਸੀਗਾ। ਹੁਣ 2 ਸਾਡੇ ਮੈਂਬਰ ਪੱਕੇ ਮੈਂਬਰ ਹੁੰਦੇ ਸੀ, ਉਹਨਾਂ ਦੀਆਂ ਕੁਆਲੀਫਿਕੇਸ਼ਨਾਂ ਇਹੋ ਜਿਹੀਆਂ ਬਣਾਤੀਆਂ BBMB ਦੇ ਮੈਂਬਰਾਂ ਦੀਆਂ, ਹਰਿਆਣੇ ਤੇ ਪੰਜਾਬ ਦੀਆਂ, ਕਿ ਜਿਹੜੇ ਉਹ ਇੱਥੋਂ ਜਾ ਹੀ ਨਹੀਂ ਸਕਦੇ, ਉਹ ਵੀ ਬਾਹਰੋਂ ਆਇਆ ਕਰਨਗੇ। ਤੇ ਪਹਿਲਾਂ ਹੀ ਉਹਨਾਂ ਦੇ ਨੋਮੀਨੇਟਡ ਮੈਂਬਰ ਪਾ ਕੇ, ਮੈਜੋਰਿਟੀ ਮੇਰੇ ਖਿਆਲ 7 ਜਾਂ 9 ਮੈਂਬਰ ਹੈਗੇ ਉਹਨਾਂ ਦੀ ਕਮੇਟੀ ਦੇ, ਤੇ ਕੰਟਰੋਲ ਤੇ ਸੈਂਟਰ ਕੋਲ ਚਲਾ ਹੀ ਗਿਆ। ਹੁਣ ਤੁਸੀਂ ਇੱਥੇ ਕੀ ਕਰਦੇ ਆ? ਛੁਣਛਣਾ ਵਜਾਉਣੇ ਆ। ਤੁਸੀਂ ਉਸ ਗੱਲ ਲਈ ਤਾਂ ਲੜਾਈ ਤੇ ਦਿੰਦੇ ਨਹੀਂ, ਜਿਹੜੀ ਬੇਸਿਕ ਗੱਲ ਹੈਗੀ ਆ ਕਿ ਤੁਹਾਡੇ ਬੰਦੇ ਵਿੱਚ ਬੈਠੇ ਹੋਣਗੇ, ਤਾਂ ਉਹ ਇਸ ਗੱਲ ਦੀ ਆਪਣੇ ਅੜਨਗੇ, ਉੱਥੇ ਗੱਲ ਦੀ ਗੱਲਬਾਤ ਹੋਊਗੀ, ਉੱਥੇ ਚਰਚਾ ਕਰਨਗੇ, ਤੇ ਆਪਣੇ ਹਿੱਤ ਦੀ ਰਖਵਾਲੀ ਕਰਨਗੇ। ਵੈਸੇ ਮੈਂ ਇਹੀ ਸਵਾਲ ਨੂੰ ਥੋੜਾ ਅੱਗੇ ਤੁਰ ਲੱਗਿਆ, ਜਿਵੇਂ ਤੁਸੀਂ ਕਿਹਾ ਕਿ ਰਾਜਸਥਾਨ ਚ ਕਾਂਗਰਸ ਇਹ ਗੱਲ ਕਹਿੰਦੀ ਹੈ, ਪੰਜਾਬ ਚ ਜੋ ਚੱਲ ਰਿਹਾ ਜਾਂ ਜੋ ਵੀ ਆ, ਇਹ ਕਿਤੇ ਇਹ ਤਾਂ ਨਹੀਂ ਕਿ ਜਿੱਥੇ ਜਿਹੜੀ ਸਰਕਾਰ ਹੈ, ਇਹਨੂੰ ਜੇ ਆਪਾਂ ਉਸ ਨਜ਼ਰੀਏ ਨਾਲ ਵੀ ਦੇਖੀਏ ਕਿ ਉਹ ਆਪਣੇ ਸੂਬੇ ਦੇ ਹਿੱਤ ਪ੍ਰੋਟੈਕਟ ਕਰਦੀ ਹੈ, ਤੇ ਇਹਨੂੰ ਆਪਾਂ ਸਹੀ ਵੀ ਠਹਿਰਾ ਸਕਦੇ ਹਾਂ, ਕਿ ਇਹ ਮਤਲਬ ਇਸ ਤਰ੍ਹਾਂ ਸਮਝਿਆ ਜਾਵੇ ਇਹਨੂੰ ਨਾਲ? ਨਹੀਂ, ਬਿਲਕੁਲ ਆਪੋ ਆਪਣੀ ਸਰਕਾਰ, ਦੇਖੋ ਸਰਕਾਰ ਪਾਰਟੀ ਜਿਹੜੀ ਮਰਜ਼ੀ ਹੋਵੇ, ਵੀ ਲੋਕ ਵੋਟਾਂ ਤੇ ਲੋਕਾਂ ਕੋਲ ਹੀ ਲੈਣੀਆਂ ਨਾ। ਤੇ ਜੇ ਲੋਕਾਂ ਲਈ ਕੰਮ ਨਹੀਂ ਕਰੋਗੇ, ਤੇ ਕੱਲ ਨੂੰ ਲੋਕ ਤੁਹਾਨੂੰ ਵੜ ਨਹੀਂ ਦੇਣਗੇ। ਜੋ JJP ਨਾਲ ਹੋਇਆ, ਔਰਤਾਂ ਨੇ ਕੀਤਾ, ਉਹ ਸਾਰਿਆਂ ਨਾਲ ਹੋਊਗਾ। ਲੋਕਾਂ ਦਾ ਗੁੱਸਾ ਤੇ ਸਦਮੇ ਸਮਾਨ ਤੇ ਪਹਿਲਾਂ ਹੀ ਚੜਿਆ ਆ, ਭੁੱਖਮਰੀ ਆ, ਬੇਰੁਜ਼ਗਾਰੀ ਆ, ਬੁਰਾ ਹਾਲ ਆ। ਜੇ ਹੁਣ ਹੜ੍ਹਾਂ ਤੋਂ ਬਾਅਦ ਸੜਕਾਂ ਹੀ ਨਹੀਂ ਕਲੀਅਰ ਕਿੰਨਾ ਚਿਰ ਹੁੰਦੀਆਂ, ਜਾਂ ਹੋਰ ਨਹੀਂ ਹੁੰਦਾ, ਤੇ ਤੁਸੀਂ ਦੇਖਿਓ ਲੋਕਾਂ 'ਚ ਅਸੰਤੋਸ਼ ਤੇ ਫੈਲਣਾ ਹੀ ਆ ਨਾ। ਬਾਕੀ ਇਹ ਸ਼ੁਕਰ ਕਰੋ, ਜਿਹੜੀ ਤੁਸੀਂ ਵੀ ਚਿੰਤਾ ਕਰ ਰਹੇ ਹੋ, ਬੜੀ ਵੱਡੀ ਹੁੰਦੀ। ਜਦੋਂ ਏਡੇ ਵੱਡੇ ਪੱਧਰ ਤੇ ਫਲੱਡ ਆਉਂਦੇ ਆ, ਉਦੋਂ ਬਾਅਦ ਬਿਮਾਰੀਆਂ ਫੈਲਣ ਦੀਆਂ, ਮੱਛਰ ਨਾਲ ਸੰਬੰਧਿਤ ਜਾਂ ਵੈਸੇ ਹੀ ਬਹੁਤ ਸਾਰੀਆਂ ਬਿਮਾਰੀਆਂ, ਪਾਣੀ ਸਟੈਗਨੈਂਟ ਹੋ ਜਾਂਦਾ, ਫੈਲਣ ਦਾ ਡਰ ਹੁੰਦਾ, ਚੀਜ਼ਾਂ ਡਿਕੇ ਹੁੰਦੀਆਂ, ਹੋਰ ਹੁੰਦਾ। ਤਾਂ ਇਹ ਹੌਟ ਹਿਊਮਿਡ ਕਲਾਈਮੇਟ ਹੁੰਦਾ, ਉਹ 'ਚ ਬਿਮਾਰੀਆਂ ਫੈਲਦੀਆਂ ਬਹੁਤ ਆ। ਪਾਣੀ ਬੜਾ ਗੰਦਾ ਹੁੰਦਾ, ਜਿਹੜਾ ਗਲਤ ਪਾਣੀ ਪੀਤਾ ਜਾਂਦਾ, ਉਹਦੇ ਨਾਲ ਗਾਂਹ ਤੋਂ ਗਾਂਹ ਬਿਮਾਰੀਆਂ ਫੈਲਣ, ਮਿਹਦੇ ਦੀਆਂ ਬਿਮਾਰੀਆਂ ਫੈਲਣ ਲੱਗ ਜਾਂਦੀਆਂ। ਤਾਂ ਇਹ ਇੱਕ ਸਾਰਾ ਓਵਰਆਲ ਸਰਕਾਰ ਨੂੰ ਹਾਲ ਦੀ ਘੜੀ ਇਸ ਵੱਲ ਧਿਆਨ ਦੇਣਾ ਚਾਹੀਦਾ। ਜੇ ਉਹ ਆਪਣੇ ਹਿੱਤ 'ਚ ਹਿਮਾਚਲ ਪ੍ਰਦੇਸ਼ ਇਹ ਕਹਿੰਦਾ ਕਿ ਸਾਨੂੰ ਪਾਣੀ ਦਿਓ, ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਬੈਠ ਕੇ ਸਰਕਾਰਾਂ ਦੇ ਪੱਧਰ ਤੇ ਇਸ ਗੱਲ ਤੇ ਗੱਲ ਕਰ ਲੈਣੀ ਚਾਹੀਦੀ। ਪਰ ਜਿਹੜੀਆਂ ਇਹ ਗੱਲਾਂ ਕਰਦੇ ਰਹਿੰਦੇ ਆ ਅਸੀਂ ਕਿ ਉੱਥੇ ਜੀ ਮਕਾਨ ਬਣਾਉਣੇ ਆ, ਜੀ ਇੰਨਾ ਹਿੱਸਾ ਆ ਚਾਹੀਦਾ, ਜੀ ਹਰਿਆਣੇ ਨੂੰ ਆ ਚਾਹੀਦਾ, ਫਲਾਨਾ ਚਾਹੀਦਾ, ਜਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਗੱਲ ਦੀ ਮੈਂ ਗੱਲ ਕਰਦਾ, ਉਹ ਬੇਤੁਕੀਆਂ ਗੱਲਾਂ। ਉਹ ਵੰਸ ਫਾਰ ਆਲ ਸੈਟਲਡ ਹੈਗਾ, ਉਹਦੇ 'ਚ ਕੋਈ ਕਿਸੇ ਕਿਸਮ ਦੀ ਗੁੰਜਾਇਸ਼ ਨਹੀਂ ਹੈ ਟੇਬਲ ਤੇ ਬੈਠ ਕੇ ਕੋਈ ਗੱਲਬਾਤ ਕਰਨ ਦੀ। ਪਰ ਤੁਸੀਂ ਭੁੱਖਮਰੀ ਦੀ ਗੱਲ ਕੀਤੀ ਨਾ, ਕਿ ਜਿਹੋ ਜਿਹੇ ਹਾਲਾਤ ਬਣ ਰਹੇ ਨੇ, ਉਹ ਮੈਨੂੰ ਖਬਰ ਚੇਤੇ ਆ ਗਈ, ਜਿਹੜੀ ਲੱਗੀ ਆ ਸੰਯੁਕਤ ਰਾਸ਼ਟਰ ਵੱਲੋਂ, ਕਿ 2005 ਤੋਂ 6 ਤੇ 2019 ਤੋਂ 21, ਮਤਲਬ ਕਿ 15 ਸਾਲਾਂ ਦਾ ਉਹਨਾਂ ਨੇ ਡਾਟਾ ਇਕੱਠਾ ਕੀਤਾ ਕਿ ਭਾਰਤ ਦੇ ਵਿੱਚ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲ ਚੁੱਕੇ ਨੇ। ਹੁਣ ਇਹ ਕਿਹੜੇ ਗਰੀਬ ਸਮਝਿਆ ਜਾਵੇ, ਕਿ ਕਿਹੜਾ ਡਾਟਾ ਉੱਥੋਂ ਲਿਆ ਕੇ ਕਿਵੇਂ ਪੈਦਾ ਕੀਤਾ ਗਿਆ, ਜਾਂ ਫਿਰ ਇਹ ਵੀ ਇੱਕ ਜੁਮਲਾ ਚੱਲ ਗਿਆ? ਅੰਕੜੇ ਜਿਹੜੇ ਇਸ ਤਰ੍ਹਾਂ ਹੁੰਦੇ, ਉਹ ਕਿਸ ਤਰ੍ਹਾਂ ਕੱਢਦੇ, ਮੈਂ ਤੁਹਾਨੂੰ ਦੱਸਦਾ। ਉਹ ਕੀ ਕਹਿੰਦੇ ਆ ਕਿ ਅਸੀਂ ਇੰਨੇ ਬੰਦੇ ਦੇ ਜਿਹੜੀ ਇੰਨੀ ਐਨੂਅਲ ਇਨਕਮ ਹੈਗੀ ਆ, ਜੇ ਉਹ ਹੋ ਜਾਏ ਐਨੂਅਲ ਇਨਕਮ, ਤਾਂ ਉਹ ਫਿਰ ਉਹ ਗਰੀਬ ਨਹੀਂ ਮੰਨਿਆ ਜਾਂਦਾ। ਕਿ ਇਹ ਤੇ ਕਈ ਪ੍ਰੋਫੈਸਰ
ਮੋਂਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵਾਂਗੂ ਕਿ ਇੰਨੇ ਕਮਾਉਂਦੇ ਨੇ ਤੇ ਇਹ ਅਮੀਰ ਨੇ ਲੋਕ ਇਹ। ਬਸ ਮੈਂ ਤੁਹਾਨੂੰ ਦੱਸਦਾ ਨਾ, ਹੁਣ ਕਿਉਂਕਿ ਵੱਡੇ ਪੱਧਰ ਤੇ ਪੌਣੇ ਕੁ 2 ਲੱਖ ਕਰੋੜ ਰੁਪਈਆ ਜਿਹੜਾ ਸ਼ਾਇਦ ਜਿਹੜਾ 6-6 ਹਜ਼ਾਰ ਰੁਪਈਆ ਕਿਸਾਨਾਂ ਦੇ ਅਕਾਊਂਟ 'ਚ ਪੈਂਦਾ, ਹੋਰਨਾਂ 'ਚ ਪੈਂਦਾ, ਇੱਧਰ ਦਿੱਤਾ ਉੱਧਰ ਦਿੱਤਾ, ਉਹਨਾਂ ਅੰਕੜਿਆਂ ਨੂੰ ਜੋੜ ਕੇ ਇਹ ਕਹਿ ਰਹੇ ਆ ਕਿ ਅਸੀਂ ਇੰਨਾ ਪੈਸਾ ਵੰਡ ਕੇ ਉਹਨਾਂ ਦੀ ਇਨਕਮ ਉੱਪਰ ਕਰ ਦਿੱਤੀ ਆ। ਤੇ ਹੁਣ ਜਦੋਂ ਕਿਉਂਕਿ ਇਨਕਮ ਹੋਊਗਾ ਤੇ ਉਹ ਗਰੀਬ ਤੋਂ ਅਮੀਰ ਹੋ ਗਿਆ, ਹੁਣ ਤੇ ਉਹਨਾਂ ਨੇ ਕਾਰਾਂ ਖਰੀਦ ਲੈਣੀਆਂ ਤੇ ਜਹਾਜ਼ਾਂ 'ਚ ਸੈਰਾਂ ਕਰਿਆ ਕਰਨੀਆਂ। ਇਹ ਗੱਲਾਂ ਅੰਕੜਿਆਂ ਦੀਆਂ ਗੱਲਾਂ, ਇਹ ਰਿਲੇਟਿਵ ਟਰਮਸ ਤੇ ਦੇਖੋ ਨਾ ਤੁਸੀਂ, ਜਿਹੜੀ ਗਰੀਬੀ ਆ ਉਹ ਕੱਲੀ ਐਬਸੋਲੂਟ ਟਰਮ 'ਚ ਨਾ ਦੇਖੋ। ਹਾਲਾਂਕਿ ਅਸੀਂ ਗਰੀਬੀ ਨੂੰ ਐਬਸੋਲੂਟ ਟਰਮ 'ਚ ਹੀ ਦੇਖ ਰਹੇ ਹਾਂ ਕਿ ਕੀ ਜੀਣ ਜੋਗੇ ਵੇਅਰ ਸਿਰਫ ਤੇ ਸਿਰਫ ਜੀਣ ਜੋਗੇ ਲੋਕਾਂ ਕੋਲ ਕਿੰਨਿਆਂ ਕੋਲ ਨਹੀਂ ਹੈ। ਜਿੰਨੇ ਮਰਜ਼ੀ ਇਹ ਅੰਕੜੇ ਦੇਈ ਜਾਣ, 41 ਕਰੋੜ ਪਤਾ ਕਿੰਨਾ ਬੰਦਾ ਹੁੰਦਾ ਆ? ਮਤਲਬ 41 ਕਰੋੜ ਦਾ ਮਤਲਬ 142 ਕਰੋੜ ਤੋਂ ਉੱਪਰ ਸਾਡੀ ਪਾਪੂਲੇਸ਼ਨ ਹੋ ਗਈ ਹੈ। ਜਾਨੀ ਬਾਕੀ ਦੇ ਫਿਰ ਪਿੱਛੇ ਬਚਿਆ ਕੀ ਹੈ? ਇੰਨੀ ਕੀ ਗਰੀਬ ਸੀ, ਫਿਰ ਤੇ ਅਸੀਂ ਅਮੀਰਾਂ 'ਚ ਹੀ ਆਉਣ ਵਾਲੇ ਆ। ਪੈਸਾ ਨਾਲੇ ਇਹ ਕੋਈ ਵੀ ਵਧਿਆ ਨਹੀਂ, GDP ਨਾਲੇ ਸਾਡੀ ਵਧੀ ਕੋਈ ਨਹੀਂ। ਇਹ ਵੀ ਹੈ ਕਿ ਜਿਹੜਾ 80 ਕਰੋੜ ਨੂੰ ਮੁਫਤ ਅਨਾਜ ਦਿੱਤਾ ਜਾਂਦਾ ਉਹ ਕਿਹੜੇ ਕੋਟੇ 'ਚ ਪਾਤੇ? ਸਾਰੀ ਇਸੇ ਮੈਂ ਇਹੀ ਗੱਲ ਕਹਿ ਰਿਹਾ ਨਾ, ਜਿਹੜੀ ਵੀ ਰਾਹਤ ਕਾਰਜ ਚੱਲ ਰਹੇ ਆ ਨਾ, ਉਸ ਨੂੰ ਜੋੜ ਜੜਾ ਕੇ ਇਹਨਾਂ ਨੇ ਇਹ ਕਹਿਤਾ ਵੀ ਆਹ ਦੇਖੋ ਅਸੀਂ ਤੇ ਪੈਸੇ ਦੇ ਕੇ ਲੋਕਾਂ ਨੂੰ ਅਮੀਰ ਕਰਤਾ। ਪੈਸੇ ਨਹੀਂ, ਪੈਸੇ ਦੇ ਕੇ ਜੇ ਉਸ ਤਰੀਕੇ ਨਾਲ ਉਹ ਗਰੀਬ ਹੋਏ ਆ, ਜਦ ਤੱਕ ਉਹਨਾਂ ਦੀ ਸਿਹਤ, ਸਿੱਖਿਆ ਤੇ ਰੁਜ਼ਗਾਰ, 3 ਚੀਜ਼ਾਂ ਉਹਨਾਂ ਨੂੰ ਲੋਕਾਂ ਨੂੰ ਨਹੀਂ ਮਿਲਦੀਆਂ, ਤੁਸੀਂ ਗਰੀਬੀ ਪੁੱਠੇ ਲਟਕ ਕੇ ਚਮਗਾਦੜਾਂ ਵਾਂਗੂ ਰੌਲਾ ਪਾ ਦਿਓ ਵੀ ਇੰਨੀ ਅਸੀਂ ਮਿਹਨਤ ਕਰ ਰਹੇ ਹਾਂ, ਜੋ ਮਰਜ਼ੀ ਕਰੋ, ਕੁਛ ਨਹੀਂ ਹੋ ਸਕਦਾ। ਇਹ ਸਭ ਸ਼ੋਸ਼ੇਬਾਜ਼ੀ ਆ। ਹੁਣ ਚੋਣਾਂ ਦੇ ਜੁਮਲੇ ਆ, ਚੋਣਾਂ ਆ ਰਹੀਆਂ ਆ ਤੇ ਇਹ UN ਦੇ ਵਿੱਚ ਉਸ ਕਿਸਮ ਦੇ ਅੰਕੜੇ ਭੇਜ ਕੇ ਆਪਣੀ ਖਬਰ ਲਵਾ ਲਈ ਆ। ਬਾਕੀ ਜਦੋਂ ਚੋਣਾਂ 'ਚ ਮੈਦਾਨ 'ਚ ਉਤਰਨਗੇ ਲੋਕ, ਜੇ ਲੋਕਾਂ ਨੂੰ ਬੇਵਕੂਫ ਬਣਾਉਣ 'ਚ ਕਾਮਯਾਬ ਨਾ ਹੋਏ ਤਾਂ ਲੋਕਾਂ ਨੇ ਵੀ ਆਪਣੀਆਂ ਪੁਰਾਣੀਆਂ ਬਾਰ-ਬਾਰ ਧੋਖੇ ਖਾਣ ਤੋਂ ਬਾਅਦ ਕੁਝ ਸਿੱਖਿਆ ਹੋਇਆ ਤਾਂ ਫਿਰ ਲੋਕੀ ਪੁੱਛਣਗੇ ਭਾਈ ਕਿਹੜਾ ਅਮੀਰ ਹੋਇਆ, ਸਾਨੂੰ ਵੀ ਦੱਸ ਦਿਓ, ਸਾਡੇ ਪਿੰਡ 'ਚ ਤੇ ਆਹ ਹਾਲ ਆ ਜਾਂ ਸਾਡੇ ਮਹੱਲੇ 'ਚ ਤੇ ਆਹ ਹਾਲ ਆ। ਇਹ ਪੁੱਛਣਾ ਚਾਹੀਦਾ, ਹੁਣੇ ਆਉਣਾ ਹੀ ਆ, ਥੋੜੀ ਦੇਰ ਬਾਅਦ ਆਉਣਾ ਸ਼ੁਰੂ ਹੋ ਜਾਣਾ। ਬਿਲਕੁਲ ਬਿਲਕੁਲ, ਇਹ ਵੀ ਪੁੱਛ ਲੈਣ ਕਿ 15-15 ਲੱਖ ਕਿੱਥੇ ਗਏ, ਜਿਹੜੇ ਖਾਤਿਆਂ 'ਚ ਜਾਏ, ਕਿਤੇ ਖਾਤੇ ਸੀਜ਼ ਤਾਂ ਨਹੀਂ ਕਰਾਤੇ, ਉਹ ਕਾਲਾ ਧਨ ਕਿੱਥੇ ਗਿਆ, ਉਹਦੇ ਬਾਰੇ ਵੀ ਪੁੱਛ ਲੈਣ ਕਿ ਕਿੱਥੇ ਗਿਆ। ਇਹ ਸਾਰਾ ਕੁਝ ਪੁੱਛਣਾ ਪੈਣਾ, ਪੁੱਛੋਗੇ ਤਾਂ ਹੀ ਗਰੰਟੀਆਂ ਜਿਹੜੇ ਦਿੰਦੇ ਨੇ ਉਹ ਲਿਖ ਲਓ ਆਪਣੇ ਘਰਾਂ ਦੇ ਵਿੱਚ, ਆਪਣੀ ਜੇਬ 'ਚ ਪਾ ਕੇ ਰੱਖੋ। ਇੱਕ ਅੱਧਾ ਕਾਰਡ ਹੁੰਦਾ ਨਿੱਕੇ ਨਿੱਕੇ ਅੱਖਰਾਂ ਤੇ, ਬਸ ਜਿਹੜਾ ਸਾਹਮਣੇ ਆ ਗਿਆ ਦੇਖ ਕੇ, ਜੇ ਪੜ੍ਹ ਕੇ ਜੇ ਨਹੀਂ ਯਾਦ ਰਹਿੰਦਾ ਉਹ ਤਾਂ ਪੁੱਛ ਲਓ। ਪ੍ਰੋਫੈਸਰ ਸਾਹਿਬ, ਹੈਰਾਨਗੀ ਇਸ ਗੱਲ ਦੀ ਹੈ ਕਿ ਦੇਖੋ ਕੇਂਦਰ ਦਾ ਦਬਦਬਾ ਜਿਵੇਂ ਵੱਧਦਾ ਜਾਂਦਾ ਆ, ਸੂਬਿਆਂ ਦੀ ਸੰਘੀ ਕੁੱਟਣੀ, ਹਮੇਸ਼ਾ ਆਪਾਂ ਗੱਲਬਾਤ ਕਰਦੇ ਆ। ਅੱਛਾ, ਮੈਂ ਇਹ ਜਿਹੜਾ ਇਹਦੇ ਨਾਲ ਤੁਹਾਡੀ ਉਹ ਜਿਹੜੀ ਆਪਾਂ ਪਰਸੋਂ ਉੱਤੇ ਗੱਲ ਕੀਤੀ ਸੀ ਨਾ ਕਿ ਕਿੰਨੇ ਇੱਕ ਮੁੱਠੀ ਭਰ ਲੋਕ ਨੇ ਜਿਨ੍ਹਾਂ ਦੇ ਕੋਲੇ ਬਿਲੀਅਨ ਜਿਹੜੇ ਡਾਲਰ ਦੀ, ਆਪਣੇ ਇੰਡੀਆ ਦੇ ਹੀ ਨੇ, ਕੋਈ ਬਾਹਰੋਂ ਤੇ ਹੈ ਨਹੀਂ, ਬਹੁਤ ਤਕੜੀ ਉਹਨਾਂ ਦਾ ਸਰਮਾਇਆ ਬਣਿਆ, ਅੰਬਾਨੀ ਅਡਾਨੀ ਵਰਗੇ ਹੋਰ ਬੜੇ ਨੇ, ਜਿਨ੍ਹਾਂ ਨੂੰ ਇਹੀ ਹੋੜ ਹੁੰਦੀ ਹੈ ਕਿ ਹੋਰ ਦੀ ਹੋਰ ਬਣਾ ਲਈਏ ਤੇ ਉਹੀ ਸਰਕਾਰਾਂ ਨੂੰ ਪਾਰਟੀ ਫੰਡ ਦੇ ਦਿੱਤਾ ਤੇ ਮੁੜ ਕੇ ਸਰਕਾਰਾਂ ਬਣ ਗਿਆ। ਜਿਹੜੀ ਸਰਕਾਰ ਬਣ ਗਈ ਬਸ ਉਹਦੇ ਵੱਲ ਨੂੰ ਹੋ ਤੁਰਦੇ ਨੇ, ਦੂਜੇ ਦਾ ਵੀ ਮਾੜਾ ਮੋਟਾ ਧਿਆਨ ਰੱਖਦੇ ਨੇ। ਇਹ ਸਾਰਾ ਕੁਝ ਉੱਥੇ ਜੋੜਦਾ। ਖੈਰ, ਮੈਂ ਉੱਥੇ ਆਉਣ ਲੱਗਿਆ ਸੀ, ਜਿਹੜਾ ਈਡੀ ਦਾ ਸ਼ਿਕੰਜਾ GST ਨੂੰ ਲੈ ਕੇ ਬਣ ਰਿਹਾ ਆ, ਵਪਾਰੀਆਂ ਦੇ ਵਿੱਚ ਵੀ ਸਹਿਮ ਹੈ, ਪਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜੀ GST ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਓਲਾ ਛੱਪਾ ਜਾਂ ਲੁੱਟ ਹੁੰਦੀ ਹੈ, ਜਾਂ ਉਸ ਕਿਸਮ ਦੀ ਸਰਕਾਰ ਤੱਕ ਟੈਕਸ ਦੀ ਪੂਰਤੀ ਜਿਹੜੀ ਹੁੰਦੀ ਹੈ ਉਹ ਨਹੀਂ ਹੁੰਦੀ, ਤਾਂ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਦੇਖੋ, ਜਿਹੜੇ ਛੋਟੇ ਕਾਰੋਬਾਰੀ ਹੈ ਜਾਂ ਵਪਾਰੀ ਹੈ ਜਾਂ ਕੋਈ ਵੀ ਛੋਟੀ ਛੋਟੀ ਸਰਵਿਸ ਦੇਣ ਵਾਲੇ ਆ, ਉਹ ਇੱਕ ਹੈਂਡ ਟੂ ਮਾਊਥ ਜੀਵਨ ਜੀਂਦੇ ਆ। ਉਹਨਾਂ ਨੇ ਕੋਈ ਬਹੁਤ ਵੱਡੇ ਮਹਿਲ ਨਹੀਂ, ਅਮੀਰ ਨਹੀਂ ਬਣਦੇ ਹੈਗੇ। ਤੇ ਕੁਦਰਤੀ ਹੈ ਸਰਕਾਰ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟੈਕਸ ਦੀ ਚੋਰੀ ਕਹਿ ਲਓ ਜਾਂ ਟੈਕਸ ਬਚਾ ਕੇ ਇੱਧਰ ਉੱਧਰ ਕਰਕੇ ਅੱਖ ਬੜਾ ਜੋ ਇੰਸਪੈਕਟਰਾਂ ਨੂੰ ਦੇਤਾ, ਕੁਝ ਇੰਜ ਕਰਤਾ, ਆਪਣਾ ਕਾਰੋਬਾਰ ਚਲਾ ਰਹੇ ਸੀ। ਜਦੋਂ ਇਹ GST ਆ ਗਿਆ, ਉਹਨਾਂ ਨੇ ਕਿਹਾ ਵੀ ਨਥਿੰਗ ਡੂਇੰਗ, ਸਾਰੀਆਂ ਚੀਜ਼ਾਂ ਰਿਕਾਰਡ ਤੇ ਲਿਆਓ, ਨਵੇਂ ਇੱਕ ਸੌਫਟਵੇਅਰ ਪਾਓ, ਕੰਪਿਊਟਰ ਰੱਖੋ ਤੇ ਸਾਨੂੰ ਡੇਲੀ ਕਿੰਨਾ ਪੈਸਾ ਤੁਸੀਂ GST ਦਾ ਕਰਦੇ। ਉਸ ਗੱਲ ਤੋਂ ਜਿਹੜੇ ਛੋਟੇ ਕਾਰੋਬਾਰੀ ਆ, ਹੈਂਡ ਟੂ ਮਾਊਥ, ਜਿਵੇਂ ਸਮਾਲ ਪੈਜੈਂਟ ਹੁੰਦਾ 5 ਏਕੜ ਤੱਕ ਦਾ, ਉਹੋ ਜੀ ਹਾਲਤ ਵਾਲੇ ਬਹੁਤ ਸਾਰੇ ਵਪਾਰੀ, ਜਿਹਨੂੰ ਅਨਆਰਗੇਨਾਈਜ਼ਡ ਸੈਕਟਰ ਕਹਿੰਦੇ, ਉਹ ਹੈਗਾ। ਹੁਣ ਉਹਨਾਂ ਲਈ ਪਹਿਲਾਂ ਤੇ ਲਫੜਾ ਇਹ ਪੈ ਗਿਆ, ਪਹਿਲਾਂ ਤੇ ਇੱਕ ਵਿਆ ਵਿਦਾ ਖਰੀਦੋ, ਫਿਰ ਇੱਕ ਬੰਦਾ ਰੱਖੋ ਜਿਹੜਾ ਇਸ ਰਿਕਾਰਡ ਨੂੰ ਮੇਨਟੇਨ ਕਰੇ। ਉਹ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਬਰਦਾਸ਼ਤ ਕਰ ਲਿਆ, ਕਿਉਂਕਿ BJP ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਆਪਣੀ ਪਾਰਟੀ ਆ, ਵਪਾਰੀਆਂ ਦੀ ਪਾਰਟੀ ਆ, ਕੋਈ ਗੱਲ ਨਹੀਂ ਆ, ਕਿਤੇ ਗਲਤੀਆਂ ਕਰਦੀ ਆ, ਕੱਲ ਨੂੰ ਸਾਡਾ ਕੋਈ ਫਾਇਦਾ ਹੀ ਹੋਊਗਾ। ਹੁਣ ਉਹਨਾਂ ਨੇ ਕਹਿਤਾ ਬੱਚੂ ਆ ਗਏ ਤੁਸੀਂ, ਹੁਣ ਸਾਡੇ ਜਾੜ ਥੱਲੇ ਆ ਗਏ ਆ, ਤੇ ਹੁਣ ਅਸੀਂ ਇਹ ਕਰਨਾ ਕਿ ਜੇ ਤੁਸੀਂ ਟੈਕਸ ਪ੍ਰੋਪਰ ਨਹੀਂ ਦਿੱਤਾ ਤੇ ਤੁਹਾਡੇ GST ਦਾ ਡਾਟਾ ਅਸੀਂ ED ਨੂੰ ਫੜਾ ਦੇਣਾ, ਤੇ ਉਹ ਆਪੇ ਫਿਰ ਤੁਹਾਨੂੰ ਦੱਸਣਗੇ। ਤੁਸੀਂ ਤੇ ਤੁਹਾਨੂੰ ਤੇ ਭਜਦਿਆਂ ਨੂੰ ਰਾਹ ਨਹੀਂ ਲੱਭੂਗਾ। ਤੁਸੀਂ ਜਿਸ ਤਰ੍ਹਾਂ ਉਹ ਹੁੰਦਾ ਨਹੀਂ ਫਲੀ ਮਾਰਕੀਟ, ਦੂਰੋਂ ਟਰੱਕ ਆ ਕੇ ਮਿਊਨਿਸਪਲ ਕਾਰਪੋਰੇਸ਼ਨ ਦਾ ਸਮਾਨ ਚੁੱਕ ਕੇ ਭੱਜ ਲੈਂਦੇ ਆ, ਤੁਸੀਂ ਆਪਣੇ ਤਾਲੇ ਲਾ ਕੇ ਭੱਜਿਆ ਕਰੋਗੇ ਤੇ ਵੀ ਆ ਗਈ ED, ਆ ਗਈ ED, ਆ ਗਈ, ਤੁਹਾਡੀ ਹਾਲਤ ਇਹ ਕਰ ਦਿਆਂਗੇ। ਜਾਂ ਬੰਦੇ ਬਣ ਕੇ ਪੂਰਾ ਟੈਕਸ ਦਿਓ।
ਹੁਣ ਜਿਹਦੇ ਕੋਲ ਬਚਦਾ ਹੀ ਨਹੀਂ ਹੈਗਾ, ਉਹ ਹੈਂਡ ਟੂ ਮਾਊਥ ਆ, ਵਿੱਚੇ ਬੀਵੀ ਲੱਗੀ ਆ, ਵਿੱਚੇ ਨਿਆਣੇ ਲੱਗੇ ਹੋਏ ਆ ਸਕੂਲ ਤੋਂ ਬਾਅਦ, ਵਿੱਚੇ ਪਿਓ ਲੱਗਾ ਹੋਇਆ, ਇਹੋ ਜਿਹਾ ਬਹੁਤ ਵੱਡੀ 90% ਤੁਹਾਡੀ ਇੰਪਲਾਇਮੈਂਟ ਇਹੋ ਜਿਹੀ ਆ। ਉਹਨਾਂ ਨੂੰ ਇੰਨਾ ਤੰਗ ਕਰ ਦਿਓਗੇ, ਬੰਦ ਹੋ ਜਾਣਗੇ, ਬੰਦ ਹੋ ਜਾਣਗੇ, ਤੁਹਾਡੇ ਕੋਲ ਅਲਟਰਨੇਟਿਵ ਰੁਜ਼ਗਾਰ ਕੋਈ ਨਹੀਂ। ਉਹ ਸੰਕਟ ਆਊਗਾ ਕਿ ਇਕਨੋਮੀ ਤਕੜੀ ਹੋਊਗੀ, ਤੇ ਗਰੀਬੀ ਦੂਰ ਹੋਊਗੀ ਜਾਂ ਗਰੀਬ ਦੂਰ ਹੋ ਜਾਣਗੇ। ਇਹ ਗੱਲ ਜਿਹੜੀ ਨਵੇਂ ਕੰਮ ਕਰ ਰਹੇ ਆ, ਇਹਦੀ ਬੜੀ ਪਰਸਨਾ ਹੋ ਰਹੀ ਆ। ਸਾਡੇ ਹਰਪਾਲ ਸਿੰਘ ਚੀਮਾ ਗਏ ਸੀਗੇ ਉੱਥੇ ਮੀਟਿੰਗ ਦੇ ਵਿੱਚ, GST ਵਾਲੀ ਮੀਟਿੰਗ 'ਚ, ਜਿੱਥੇ ਨਿਰਮਲਾ ਸੀਤਾਰਮਨ ਨੇ ਇਹੋ ਜਿਹੇ ਗੁਲ ਖਿਲਾ ਕੇ ਸਾਰਿਆਂ ਨੂੰ ਉਹਨਾਂ ਦੀ ਸਗੰਧੀ ਦਿੱਤੀ ਵੀ ਆਹ ਅਸੀਂ ਕਰਨ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਹ ਤੇ ਇੱਕ ਕਿਸਮ ਦਾ ਟੈਰਰ ਹੈਗਾ, ਟੈਕਸ ਟੈਰਰ, GST ਟੈਰਰ ਹੈਗਾ, ਇਹ ਬੰਦ ਹੋਣਾ ਚਾਹੀਦਾ। ਲੋਕਾਂ ਨੂੰ ਤੁਸੀਂ ਡਰਾਉਣਾ ਧਮਕਾਉਣਾ ਚਾਹੁੰਦੇ ਆ, ਇਸ ਤਰ੍ਹਾਂ ਦੇ ਫਿਰ ਕਾਰੋਬਾਰ ਨਹੀਂ ਚੱਲਣਗੇ। ਜਾਂ ਤੁਸੀਂ ਉਹਨਾਂ ਨੂੰ ਚੰਗੇ ਕਾਰੋਬਾਰ ਦਿਓ, ਜਿਹੜੇ ਲੋਕ ਜਿਸ ਤਰੀਕੇ ਨਾਲ ਵੀ ਗੁਜ਼ਾਰਾ ਕਰ ਰਹੇ ਆ, ਜੇ ਤੁਸੀਂ ਉਹਨਾਂ ਦੀਆਂ ਬਾਹਾਂ ਮਰੋੜਨੀਆਂ ਬਾਰ-ਬਾਰ, ਤਾਂ ਫਿਰ ਉਹ ਬੰਦ ਹੋ ਜਾਣਗੇ, ਚੱਲਣਗੇ ਨਹੀਂ। ਫਿਰ ਬੇਰੁਜ਼ਗਾਰੀ ਹੋਊ, ਕਿੱਥੇ ਜਾਣਗੇ ਲੋਕ? ਕੁਦਰਤੀ ਆ ਉਹਨਾਂ ਚੋਂ ਕੁਝ ਡਿਪਰੈਸ਼ਨ 'ਚ ਜਾਣਗੇ, ਕੁਝ ਐਕਸਟ੍ਰੀਮ ਡਿਪਰੈਸ਼ਨ 'ਚ ਜਾ ਕੇ ਆਤਮ ਹੱਤਿਆ ਵੱਲ ਵੀ ਸ਼ਹਿਰਾਂ ਦੇ ਵਿੱਚ ਰੇਟ ਵਧੂਗਾ। ਇਸ ਕਿਸਮ ਦੇ ਹਾਲਾਤ ਸਰਕਾਰ ਪੈਦਾ ਕਰਨੀ ਚਾਹੁੰਦੀ। ਉਹਨਾਂ ਦੀ ਜਗ੍ਹਾ ਕਰਨਾ ਕੀ ਚਾਹੁੰਦੇ? ਵੱਡੇ ਵੱਡੇ ਮਾਲ, ਵੱਡੇ ਵੱਡੇ ਸਟੋਰ, ਚੇਨ ਸਟੋਰ, ਅਡਾਨੀਆਂ ਅੰਬਾਨੀਆਂ ਜਾਂ ਹੋਰ ਉਹਨਾਂ ਵਰਗਿਆਂ ਦੇ, ਉਹ ਲਿਆਉਣਾ ਚਾਹੁੰਦੀ ਹੈ, ਤਾਂ ਕਿ ਉਧਰੋਂ ਮਾਲ ਚੱਲੇ ਤੇ ਇੱਧਰ ਇਹ ਜਿਹੜੇ ਆਪਣੀ ਮਰਜ਼ੀ ਨਾਲ ਜਿਸ ਢੰਗ ਨਾਲ ਚਲਾ ਰਹੇ ਆ, ਉਹ ਕੰਮ ਹੌਲੀ ਹੌਲੀ ਖਤਮ ਹੋ ਜਾਣ, ਜਿਵੇਂ ਵਿਦੇਸ਼ਾਂ 'ਚ ਕੀਤਾ ਗਿਆ। ਇੱਥੇ ਸਾਡੇ ਉਹ ਕੰਮ ਕਰਨਾ ਚਾਹੁੰਦੇ। ਪਰ ਸਾਡੇ ਇੱਕ ਸੁਖਵਿੰਦਰ, ਜੇ ਅਸੀਂ ਇਸ ਸੈਕਟਰ ਨੂੰ ਸਾਂਭਾਂਗੇ ਨਹੀਂ, ਉਸ ਨੂੰ ਧਿਆਨ ਇਹਦੇ ਵੱਲ ਨਹੀਂ ਦਿਆਂਗੇ, ਤਾਂ ਬਹੁਤ ਵੱਡਾ ਇੱਕ ਸੰਕਟ ਬੇਰੁਜ਼ਗਾਰੀ ਦਾ ਪੈਦਾ ਅਸੀਂ ਆਪਣੇ ਆਪ ਲਈ ਕਰ ਲਾਂਗੇ। ਸਰਕਾਰ ਨੂੰ ਵੇਲੇ ਸਿਰ ਇਹਦੇ ਬਾਰੇ ਸੋਚਣਾ ਚਾਹੀਦਾ। ਵੈਸੇ ਪੰਜਾਬ ਦੀ ਗੱਲ ਇੱਕ ਕਰਦਾ ਕਿ ਬੁਢਾਪਾ ਪੈਨਸ਼ਨ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ। ਹਾਲਾਂਕਿ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜੋ ਕੱਢਿਆ ਸੀ, ਉਹ 'ਚ ਇਹ ਕਰਤਾ ਕਿ ਕੋਈ ਜਨਮ ਸਰਟੀਫਿਕੇਟ ਵਾਲੀ ਕੋਈ ਲੋੜ ਨਹੀਂ ਹੈਗੀ। ਚਲੋ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਫਿਰ ਹੋਰ ਤੁਹਾਡੀ ਜਿਹੜਾ ਆਮਦਨ ਦਾ ਸਬੂਤ ਕੋਈ ਇਹੋ ਜਿਹਾ ਸ਼ਾਇਦ ਲੈਣਗੇ। ਪਰ ਇਹਨੂੰ ਲੈ ਕੇ ਰੌਲਾ ਹੈ ਕਿ ਸਰਕਾਰ ਖਜ਼ਾਨਾ ਕਿਵੇਂ ਭਰਨਾ ਚਾਹੁੰਦੀ ਹੈ। ਆਪਣੇ ਖਰਚੇ ਨਹੀਂ ਕੰਟਰੋਲ ਹੁੰਦੇ, ਘਰਬਾਜੀ ਤੇ ਲਾਤਾ, ਜਹਾਜ਼ਾਂ ਤੇ ਝੂਟਿਆਂ ਤੇ ਲਾਤਾ, ਜਾਂ ਹੋਰ ਆ ਦੇਖੋ ਤੁਸੀਂ ਟੈਂਕਰਾਂ ਦੇ ਉੱਤੇ ਰਾਤੋਂ ਰਾਤ ਨਵੇਂ ਆ ਕੇ ਕਿਸੇ ਨੇ ਤਾਂ ਲਾਏ ਹੋਣੇ, ਕਿਤੋਂ ਨਾ ਆਏ ਹੋਣੇ, ਭਾਵੇਂ ਉਹ ਕਿਸੇ MLA ਨੇ ਸੇਵਾ ਕੀਤੀ ਜਾਂ ਕਿਸੇ ਹੋਰ ਵਰਕਰ ਨੇ ਸੇਵਾ ਕਰਤੀ। ਜੇ ਇਹ ਸਾਰਾ ਕੁਝ ਹੋਏਗਾ, ਉਹ ਕਹਿੰਦੇ ਤੁਸੀਂ ਜਿਵੇਂ ਉਹ ਬਜ਼ੁਰਗਾਂ ਦੇ ਜਿਹੜੇ ਪੈਨਸ਼ਨ ਵਾਲੇ ਨੇ, ਦੂਜੇ ਸਰਕਾਰੀ ਵਾਲੇ, ਉਹਨਾਂ ਦੇ ਉੱਤੇ 200 ਰੁਪਏ ਦਾ ਟੈਕਸ ਲਾਤਾ, ਉਹ ਵੀ ਰੌਲਾ ਪਾਉਂਦੇ ਨੇ। ਮਤਲਬ ਸਰਕਾਰ ਕਰਨਾ ਕੀ ਚਾਹੁੰਦੀ ਹੈ? ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਕਿ ਹਰਿਆਣੇ ਵਾਲੇ ਬਜ਼ੁਰਗਾਂ ਦੇ ਲਈ ਕਿਵੇਂ ਕਿਵੇਂ ਬਹੁਤ ਪੈਨਸ਼ਨਾਂ ਦੇ ਐਲਾਨ ਜਾਂ ਛੜਿਆਂ ਲਈ ਕਰਦੇ ਨੇ, ਤੇ ਤੁਸੀਂ ਇੱਥੇ ਨੀਲਾ ਆਟਾ ਦਾਲ ਦੇ ਨੀਲੇ ਕਾਰਡਾਂ ਤੇ ਵੀ ਕੱਟ ਮਾਰਿਆ। ਠੀਕ ਹੈ, ਜਿਹੜੇ ਰੁਤਬੇਦਾਰ ਨੇ ਉਹਨਾਂ ਦੇ ਉੱਤੇ ਹੋਣਾ ਵੀ ਚਾਹੀਦਾ, ਪਰ ਇਸ ਕਿਸਮ ਦੇ ਨਾਲ ਜਦੋਂ ਬੁਢਾਪਾ ਪੈਨਸ਼ਨ ਦੀ ਕੋਈ ਬਜ਼ੁਰਗਾਂ ਦੀ ਗੱਲ ਆਉਂਦੀ ਹੈ, ਕਿ ਇਹ ਛਾਂਟੀ ਕਿਵੇਂ ਹੋਣੀ ਚਾਹੀਦੀ ਹੈ? ਕੀ ਉਹਨਾਂ ਨੂੰ ਦਫ਼ਤਰਾਂ ਦੇ ਗੇੜੇ ਲਵਾਉਣੇ ਨੇ, ਜਾਂ ਉਹਨਾਂ ਦੇ ਘਰੋਂ ਘਰੀ ਜਾ ਕੇ ਦੇਖਣਾ ਚਾਹੀਦਾ? ਜਿਵੇਂ ਕਹਿੰਦੇ ਸੀ ਆਟਾ ਦਾਲ ਵਾਲਿਆਂ ਦੇ ਵੀ ਘਰ ਘਰ ਆਟਾ ਪਹੁੰਚਾਵਾਂਗੇ, ਫਿਰ ਪਤਾ ਲੱਗ ਜੂ। ਨਹੀਂ, ਰੇਤਾ ਬਜਰੀ ਚੋਂ ਪੈਸੇ ਕੁਛ ਨਾ ਕੁਛ ਤੇ ਵੱਧ ਸਕਦੇ ਸੀ। ਇਹ ਗਏ ਨਹੀਂ ਉਧਰ ਨੂੰ, ਪੁਰਾਣਾ ਸਿਸਟਮ ਜਾਰੀ ਆ। ਵੱਡੇ ਪੈਸੇ ਬਣਾਏ ਜਾ ਰਹੇ, ਹੁਣ ਕਿੱਥੇ ਜਾ ਰਹੇ, ਕਿਹਦੇ ਕੋਲ ਜਾ ਰਹੇ ਆ, ਇਹ ਸੋਚਣ ਇਹਨਾਂ ਕੋਲ ਬਥੇਰਾ ਪੈਰਾਫਰਨੇਲੀਆ ਹੈਗਾ, ਪਰ ਪੈਸੇ ਕਮਾਏ ਜਾ ਰਹੇ। ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਵੇਲੇ ਵੱਡਾ ਪੈਸੇ ਦੀ ਲੁੱਟ ਹੋਈ ਆ, ਉਸੇ ਤਰ੍ਹਾਂ ਹੁਣ ਹੋ ਰਹੀ ਹੈ। ਇਸੇ ਤਰੀਕੇ ਨਾਲ ਅੱਜ ਜਿੱਦਣ ਦਿੱਲੀ ਦਾ ਥੋੜਾ ਜਿਹਾ ਉਹਨਾਂ ਦਾ ਕੰਮ ਖਤਮ ਹੋ ਗਿਆ, ਉਹਨਾਂ ਨੇ ਆ ਜਿਹੜੀ ਆਬਕਾਰੀ ਨੀਤੀ ਹੈ, ਇੱਧਰ ਨੂੰ ਪੰਜਾਬ ਵੱਲ ਨੂੰ ਵੀ ਈਡੀ ਨੇ ਧਿਆਨ ਦੇਣਾ। ਭਾਵੇਂ ਈਡੀ ਬਦਲ ਦਿੱਤਾ, ਹੁਣ ਇਹ ਬਦਲ ਜਾਊਗਾ, ਨਵਾਂ ਉਹਦਾ ਚੇਅਰਮੈਨ ਲੱਗ ਜੂਗਾ। ਸੁਪਰੀਮ ਕੋਰਟ ਨੇ ਕਿਹਾ ਤੀਜੀ ਟਰਮ ਤੁਸੀਂ ਦੇ ਨਹੀਂ ਸਕਦੇ, ਗੈਰ ਕਾਨੂੰਨੀ ਆ, ਤੇ ਉਹਦਾ ਤੇ ਬਿਸਤਰਾ ਵੇਲੇ ਇੱਥਦਾ। ਹੁਣ ਜਿਹੜਾ ਵੀ ਆਊਗਾ, ਜੇ ਇੱਧਰ ਨੂੰ ਇਸ ਤਰੀਕੇ ਨਾਲ ਚੱਲਦਾ ਆ, ਤਾਂ ਇਹਦਾ ਵੀ ਪਤਾ ਲੱਗ ਜੂ ਹੀਜ ਪਿਆਜ ਕਿੰਨਾ ਕਿ ਬਹੁਤ ਪੰਜਾਬ ਦੇ ਹੱਕ 'ਚ ਸੇਵਾ ਕੀਤੀ, ਖਜ਼ਾਨੇ ਦੀ ਕਿੰਨੀ ਕੁ ਸੇਵਾ ਹੋਈ, ਤੇ ਹੋਰਨਾਂ ਬੰਦਿਆਂ ਦੀ, ਤੇ ਉਹ ਜਿਹੜੇ ਲੀਕਰ ਬੈਰਨਸ ਹੈਗੇ ਆ, ਉਹਨਾਂ ਦੀ ਸੇਵਾ ਕਿੰਨੀ ਕੁ ਹੋਈ, ਤੇ ਉਹਦੇ ਵਿੱਚ ਵਿਚਾਲੇ ਕਿਹਦੀ ਸੇਵਾ ਹੋ ਗਈ। ਇਹ ਸਾਰਾ ਸਾਹਮਣੇ ਆਉਣਾ ਸ਼ੁਰੂ ਹੋ ਜਾਊਗਾ। ਹੁਣ ਰਹੀ ਗੱਲ, ਜਦੋਂ ਤੁਸੀਂ ਜਿੱਥੇ ਕਿੱਥੋਂ ਟੈਕਸ ਆਉਣਾ ਇੰਡਸਟਰੀ ਤੋਂ, ਇੰਡਸਟਰੀ ਕੋਈ ਆ ਨਹੀਂ ਰਹੀ। ਇੰਡਸਟਰੀ ਜਿਹੜੀ ਪਹਿਲਾਂ ਵਾਲੀ ਆ, ਉਹ ਭੱਜ ਰਹੀ ਆ, ਬਾਹਰ ਜਾ ਰਹੀ ਆ, ਪਾਣੀਪਤ ਜਾ ਰਹੀ ਹੈ, ਇੱਧਰ ਉੱਧਰ ਜਾ ਰਹੀ, ਕਿਉਂਕਿ ਆਪਾਂ ਉਹਨਾਂ ਨੂੰ ਕਿਸੇ ਕਿਸਮ ਦੀ ਸਹੂਲੀਅਤ, ਟੈਕਸ ਦੀ ਸਹੂਲੀਅਤ, ਹੋਰ ਕਿਸਮ ਦੀ ਰਾਹਤ ਦਿੰਦੇ ਨਹੀਂ ਹੈਗੇ। ਵੈਸੇ ਵੀ ਸਾਡੀ ਜ਼ਮੀਨ ਇੰਨੀ ਫਰਟਾਈਲ ਹੈ, ਆਪਾਂ ਗੁਜਰਾਤ ਜਾਂ ਰਾਜਸਥਾਨ ਜਾਂ ਹੋਰਨਾਂ ਸੂਬਿਆਂ ਵਾਂਗੂ ਅਸੀਂ ਇਸ ਤਰ੍ਹਾਂ ਖੁੱਲੀ ਜ਼ਮੀਨ ਜਿਹੜੀ ਕਿ ਉਹਨਾਂ ਨੂੰ ਚਾਹੀਦੀ, ਉਹ ਨਹੀਂ ਦੇ ਸਕਦੇ। ਸਾਡੀ ਜ਼ਮੀਨ ਹੈ ਇੰਚਾਂ ਦੇ ਵਿੱਚ, ਉੱਥੇ ਏਕੜਾਂ 'ਚ ਆ। ਇਹ ਬਹੁਤ ਫਰਕ ਹੈਗਾ। ਤੇ ਇਸ ਲਈ ਅਸੀਂ ਇੰਡਸਟਰੀ ਫਰੈਂਡਲੀ ਸੂਬਾ ਹੈ ਹੀ ਨਹੀਂ। ਸਾਨੂੰ ਤਾਂ ਹੋਰ ਪਾਲਿਸੀਆਂ ਬਣਾਉਣੀਆਂ ਪੈਣਗੀਆਂ। ਉਧਰ ਧਿਆਨ ਨਹੀਂ, ਨਾ ਕੋਈ ਉਧਰ ਕੋਈ ਪਾਲਿਸੀ ਇਹਨਾਂ ਦੀ ਹੈਗੀ ਆ। ਬਣ ਰਹੀ ਹੈ ਖੇਤੀ ਨੀਤੀ, ਕਿਸਾਨਾਂ ਨਾਲ ਇੱਕ ਹੋਰ ਮੇਲਾ ਕਰ ਲੈਣਗੇ, ਫਿਰ ਇੱਕ ਹੋਰ ਨਵੀਂ ਨੀਤੀ ਆ ਜੂ। ਹੁਣ ਇੰਡਸਟਰੀਆਂ ਦੀ ਵੀ ਨੀਤੀ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇੰਡਸਟਰੀਲਿਸਟਾਂ ਨੂੰ ਕਿਹਾ ਸਾਨੂੰ ਆਪਣੇ ਵਿਚਾਰ ਭੇਜੋ, ਅਸੀਂ ਨੀਤੀ ਬਣਾਉਣੀ। ਬੇਵਕੂਫ ਬਣਾਉਣ ਚੱਲੇ ਹੋਏ ਆ ਲੋਕਾਂ ਨੂੰ।
ਪੰਜਾਬ ਦੇ ਵਿੱਚ ਜਿੱਥੋਂ ਰੈਵਨਿਊ ਆਉਣਾ, ਜੇ ਉਹ ਕਲਾਸ ਹੀ ਨਹੀਂ, ਉਸ ਕਿਸਮ ਦੀ ਇਕੋਨਮੀ ਨਹੀਂ, ਖੇਤੀ 'ਚੋਂ ਤੇ ਆਉਣਾ ਨਹੀਂ ਹੈਗਾ, ਖੇਤੀ 'ਚ ਤੇ ਦੇਣਾ ਪੈਣਾ। ਤੇ ਇਸ ਲਈ ਸਰਵਿਸ ਸੈਕਟਰ ਤੇ ਮੈਨੂਫੈਕਚਰਿੰਗ ਸੈਕਟਰ 'ਚ ਆਉਣਾ, ਜਿਹਨੂੰ ਸੈਕੰਡਰੀ ਤੇ ਟਰਸ਼ਰੀ ਸੈਕਟਰ ਕਹਿੰਦੇ ਆ, ਉਹਦੀ ਹਾਲਾਤ ਬਹੁਤ ਪਤਲੀ ਹੈ। ਤੇ ਉਸ ਨੂੰ ਬਚਾਉਣ ਲਈ ਜਾਂ ਪ੍ਰਫੁੱਲਤ ਕਰਨ ਲਈ ਸਾਡੇ ਕੋਲ ਨਾ ਤੇ ਸਾਧਨ ਹੈ, ਨਾ ਸਾਡੇ ਪੰਜਾਬ ਦੇ ਹਾਲਾਤ ਹੈਗੇ ਆ, ਕਿਉਂਕਿ ਅਸੀਂ ਲੈਂਡ ਲੌਕਡ ਏਰੀਆ ਹੈਗੇ ਆ। ਜਿੱਥੋਂ ਇਹ ਹੋ ਸਕਦਾ ਵਪਾਰ ਸਾਡਾ ਬੂਸਟ ਅਪ ਹੋ ਸਕਦਾ, ਉਹ ਹੈਗਾ ਸਾਡਾ ਵਾਘਾ ਬਾਰਡਰ ਖੁੱਲੇ, ਉਧਰ ਨੂੰ ਅਸੀਂ ਸੈਂਟਰਲ ਏਸ਼ੀਆ ਵੱਲ ਨੂੰ ਜਾਈਏ। ਉਹ ਕਦੀ ਗੱਲ ਕਰਦੇ ਸੁਣੇ ਆ? ਕਦੀ ਨਹੀਂ ਗੱਲ ਕਰਦੇ ਕੋਈ ਸਿੱਧੀ ਗੱਲ ਤੇ ਕੋਈ ਕਰਦੇ ਨਹੀਂ। ਫੋਟੋਆਂ ਲਵਾਉਣ ਵੱਲ ਜ਼ੋਰ ਆ, ਲਵਾਈ ਚਲੋ, ਫਿਰ ਲੋਕਾਂ ਨੇ ਇਹ ਨਾ ਹੋਏ ਕਿ ਕੱਲ ਨੂੰ ਫੋਟੋਆਂ ਤੇ ਵੀ ਕਾਲਖ ਪੋਤਣ ਲੱਗ ਜਾਣ, ਕਿਉਂਕਿ ਲੋਕਾਂ ਦਾ ਜਿਹੜਾ ਗੁੱਸਾ ਫਿਰ ਜਦੋਂ ਸਤਵੇਂ ਸਮਾਨ ਤੇ ਜਾਂਦਾ, ਫਿਰ ਉਹ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਭੁੱਖ ਮਿਟਣੀ ਚਾਹੀਦੀ ਹੈ, ਜਿਸ ਲਈ ਉਹ ਤਰਾ ਕਰਦੇ ਫਿਰਦੇ। ਤੇ ਹੁਣ ਵਾਲੇ ਜਿਹੜੀ ਕੁਦਰਤੀ ਕਰੋਪੀ ਹੋਈ ਆ, ਉਹਨੇ ਤੇ ਹੋਰ ਵੀ ਉਹਨਾਂ ਦੀ ਹਾਲਾਤ ਟਾਈਟ ਕਰਤੀ ਹੈ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।